ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ 24 ਅਗਸਤ ਨੂੰ ਤੁਸੀਂ ਪੰਜਾਬ ਅਚੀਵਮੈਂਟ ਸਰਵੇ ਯਾਨੀ ਪੈਸ ਦਾ ਮੌਕ ਟੈਸਟ ਆਨਲਾਈਨ ਹੱਲ ਕੀਤਾ ਆ। ਉਸੇ ਟੈਸਟ ਨੂੰ ਸਾਡੇ ਸਕੂਲ ਦੇ ਬਹੁਤ ਹੀ ਸੂਝਵਾਨ ਅਧਿਆਪਕਾਂ ਨੇ ਤੁਹਾਡੇ ਲਈ ਹੱਲ ਕਰਕੇ ਰੱਖਿਆ ਆ। ਅਤੇ ਤੁਸੀਂ ਇਸ ਵੀਡੀਓ ਨੂੰ ਦੇਖੋ ਵੀ ਤੁਹਾਨੂੰ ਨਾਲ ਇਹ ਪਤਾ ਲੱਗ ਜਾਏਗਾ ਵੀ ਕਿਹੜੇ ਪ੍ਰਸ਼ਨਾਂ ਦੇ ਆਨਸਰ ਕੀ ਆਉਣੇ ਚਾਹੀਦੇ ਸਨ ਅਤੇ ਕਿਉਂ ਆਉਣੇ ਚਾਹੀਦੇ ਸਨ। ਪਿਆਰੇ ਬੱਚਿਓ, ਮਿਤੀ 24 ਅਗਸਤ 2020 ਨੂੰ ਤੁਹਾਡਾ ਪੰਜਾਬ ਅਚੀਵਮੈਂਟ ਸਰਵੇ ਦਾ ਟੈਸਟ ਹੋਇਆ। ਤੁਸੀਂ ਸਾਰੇ ਬੱਚਿਆਂ ਨੇ ਕਰ ਲਿਆ ਆ। ਇਸ ਵਿੱਚ ਜੋ ਇੰਗਲਿਸ਼ ਦਾ ਟੈਸਟ ਆਇਆ ਸੀਗਾ ਉਹਨੂੰ ਤੁਹਾਨੂੰ ਐਕਸਪਲੇਨ ਕਰਨ ਲੱਗੇ ਹਾਂ। ਉਸ ਵਿੱਚ ਇੱਕ ਪੈਰਾ ਆਇਆ ਸੀ, ਪੈਰੇ ਦੇ ਵਿੱਚੋਂ ਤੁਸੀਂ ਕੁਐਸਚਨਾਂ ਦੇ ਆਨਸਰ ਦੇਣੇ ਸੀ। ਤਾਂ ਕੀ ਸੀ ਪੈਰਾ, ਆਪਾਂ ਦੇਖਦੇ ਹਾਂ। ਚਲੋ, ਰੋਹਨ ਹੈਡ ਟੂਥੇਕ। ਰੋਹਨ ਦੇ ਦੰਦਾਂ ਵਿੱਚ ਦਰਦ ਹੋ ਰਿਹਾ ਸੀ। ਹੀ ਕਰਾਈਡ ਐਜ਼ ਇਟ ਵਾਜ਼ ਵੈਰੀ ਪੇਨਫੁਲ। ਉਹ ਚੀਕ ਰਿਹਾ ਸੀ ਕਿਉਂਕਿ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ। ਹਿਸ ਫਾਦਰ ਕੁਇਕਲੀ ਟੁੱਕ ਹਿਮ ਟੂ ਦਾ ਡੈਂਟਿਸਟ। ਡੈਂਟਿਸਟ ਆਪਾਂ ਕਹਿੰਦੇ ਜੋ ਦੰਦਾਂ ਦਾ ਡਾਕਟਰ ਹੁੰਦਾ। ਉਸ ਦੇ ਪਿਤਾ ਜੀ ਉਹਨੂੰ ਛੇਤੀ ਹੀ ਦੰਦਾਂ ਦੇ ਡਾਕਟਰ ਕੋਲ ਲੈ ਕੇ ਗਏ। ਦਾ ਡਾਕਟਰ ਚੈੱਕਡ ਰੋਹਨਸ ਟੀਥ ਐਂਡ ਫਾਊਂਡ ਏ ਬੈਡ ਟੁੱਥ। ਉਹਨੇ ਰੋਹਨ ਦੇ ਦੰਦ ਚੈੱਕ ਕੀਤੇ, ਉਹਨੇ ਦੇਖਿਆ ਵੀ ਇੱਕ ਦੰਦ ਖਰਾਬ ਆ। ਹੀ ਟੋਲਡ ਰੋਹਨ ਦੈਟ ਦਾ ਬੈਡ ਟੁੱਥ ਹੈਡ ਟੂ ਬੀ ਪੁਲਡ ਆਊਟ। ਉਹਨੇ ਰੋਹਨ ਨੂੰ ਕਿਹਾ ਵੀ ਜਿਹੜਾ ਤੇਰਾ ਦੰਦ ਸਹੀ ਨਹੀਂ ਹੈਗਾ, ਖਰਾਬ ਆ, ਉਹਨੂੰ ਬਾਹਰ ਕੱਢਣਾ ਪੈਣਾ। ਰੋਹਨ ਵਾਜ਼ ਸਕੇਅਰਡ। ਸਕੇਅਰਡ ਮਤਲਬ ਡਰ ਗਿਆ, ਘਬਰਾ ਗਿਆ। ਐਜ਼ ਹੀ ਥੋਟ ਇਟ ਮਾਈਟ ਹਰਟ ਹਿਮ। ਰੋਹਨ ਜਿਹੜਾ ਡਰ ਗਿਆ ਵੀ ਉਹਨੂੰ ਡਰ ਸੀਗਾ ਵੀ ਉਹ ਦੰਦ ਕੱਢੂਗੇ ਅਤੇ ਮੈਨੂੰ ਦਰਦ ਹੋਊਗੀ, ਪੀੜ ਹੋਊਗੀ। ਬਟ ਦਾ ਡਾਕਟਰ ਟੋਲਡ ਹਿਮ ਨੋਟ ਟੂ ਬੀ ਅਫਰੇਡ। ਡਾਕਟਰ ਨੇ ਕਿਹਾ ਵੀ ਤੈਨੂੰ ਡਰਨ ਦੀ ਲੋੜ ਨਹੀਂ। ਹੀ ਗੇਵ ਰੋਹਨ ਐਨ ਇੰਜੈਕਸ਼ਨ ਟੂ ਰਿਡਿਊਸ ਦਾ ਪੇਨ। ਉਹਨੇ ਰੋਹਨ ਨੂੰ ਇੱਕ ਟੀਕਾ ਲਾਇਆ ਜਿਹਦੇ ਨਾਲ ਉਹਦੀ ਦਰਦ ਘੱਟ ਜਾਵੇ। ਆਫਟਰ ਏ ਵਾਈਲ ਦਾ ਡਾਕਟਰ ਪੁਲਡ ਦਾ ਬੈਡ ਟੁੱਥ ਆਊਟ। ਕੁਛ ਚਿਰ ਬਾਅਦ ਡਾਕਟਰ ਨੇ ਉਸ ਦੰਦ ਨੂੰ ਜਿਹੜਾ ਖਰਾਬ ਸੀ ਬਾਹਰ ਕੱਢ ਲਿਆ। ਰੋਹਨ ਵਾਜ਼ ਰਿਲੀਵਡ ਬਿਕੋਜ਼ ਹੀ ਫੈਲਟ ਨੋ ਪੇਨ ਐਟ ਆਲ। ਹੁਣ ਰੋਹਨ ਨੂੰ ਕੋਈ ਦਰਦ ਨਹੀਂ ਹੋ ਰਿਹਾ ਸੀ, ਇਸ ਕਰਕੇ ਰੋਹਨ ਜਿਹੜਾ ਬਹੁਤ ਆਪਣੇ ਆਪ ਨੂੰ ਆਰਾਮ ਮਹਿਸੂਸ ਕਰ ਰਿਹਾ ਸੀ। ਤਾਂ ਬੱਚਿਓ, ਇਹ ਤੁਹਾਡਾ ਪੈਰਾ ਸੀਗਾ। ਇਹਦੇ ਵਿੱਚੋਂ ਅੱਗੇ ਕੁਐਸਚਨ ਆਏ ਆ, ਉਹਨਾਂ ਦੇ ਤੁਸੀਂ ਆਪਸ਼ਨਾਂ ਦੇ ਵਿੱਚੋਂ ਆਨਸਰ ਲੱਭਣੇ ਆ। ਪਹਿਲਾ ਆ, ਵਨ ਵੂ ਟਰੀਟਸ ਪ੍ਰੋਬਲਮ ਰਿਲੇਟਿਡ ਟੂ ਟੀਥ ਇਜ਼ ਕਾਲਡ। ਜਿਹੜਾ ਦੰਦਾਂ ਦੇ ਨਾਲ ਦੀ ਸਮੱਸਿਆ ਨਾਲ ਸੰਬੰਧਿਤ ਹੈ ਉਹਨੂੰ ਕੀ ਕਹਿੰਦੇ ਆ? ਅ ਡੈਂਟਿਸਟ, ਅ ਕਾਰਡੀਓਲੋਜਿਸਟ, ਅ ਡਰਮਾਟੋਲੋਜਿਸਟ, ਅ ਫਿਜ਼ੀਸ਼ੀਅਨ। ਤਾਂ ਆਪਾਂ ਪੜ੍ਹ ਚੁੱਕੇ ਹਾਂ ਉਹਨੂੰ ਕੀ ਕਹਿੰਦੇ ਆ? ਡੈਂਟਿਸਟ। ਅਤੇ ਸਾਡਾ ਆਨਸਰ ਕੀ ਆ? ਡੈਂਟਿਸਟ। ਇਹ ਤੁਸੀਂ ਨੋਟ ਕਰ ਲੈਣਾ ਬੱਚਿਓ। ਵਾਈ ਵਾਜ਼ ਰੋਹਨ ਫੀਲਿੰਗ ਪੇਨ। ਰੋਹਨ ਨੂੰ ਦਰਦ ਕਿਉਂ ਹੋ ਰਿਹਾ ਸੀ? ਹੀ ਹੈਡ ਏ ਲੂਜ਼ ਟੂਥ। ਉਹਦਾ ਦੰਦ ਜਿਵੇਂ ਢਿੱਲਾ ਹੋ ਗਿਆ, ਜਿਵੇਂ ਆਪਣੇ ਕਈ ਵਾਰ ਦੇਖੀਏ ਨਾ ਆਪਾਂ ਦੰਦ ਹਿੱਲਣ ਲੱਗ ਪੈਂਦੇ, ਉਹਨੂੰ ਲੂਜ਼ ਟੂਥ ਕਹਿੰਦੇ। ਹਿਸ ਟੂਥ ਵਾਜ਼ ਬਰੋਕਨ। ਉਹਦਾ ਦੰਦ ਟੁੱਟ ਗਿਆ ਸੀ। ਹੀ ਹੈਡ ਏ ਬੈਡ ਟੂਥ। ਉਹਦਾ ਦੰਦ ਖਰਾਬ ਸੀਗਾ। ਹੀ ਹੈਡ ਗਮਸ ਪ੍ਰੋਬਲਮ। ਹੁਣ ਗਮ ਕੀ ਆ? ਦੰਦ ਜਿਹੜੇ ਆ ਥੱਲੇ ਮਸੂੜਿਆਂ ਦੇ ਨਾਲ ਜੁੜੇ ਹੋਏ, ਉਹਨਾਂ ਮਸੂੜਿਆਂ ਨੂੰ ਗਮਸ ਕਹਿੰਦੇ ਆ। ਉਹ ਕਹਿੰਦੇ ਵੀ ਉਹਦੀ ਉਹ ਸਮੱਸਿਆ ਸੀ। ਹੁਣ ਸਾਨੂੰ ਪਤਾ ਵੀ ਉਹਦੀ ਕੀ ਸਮੱਸਿਆ ਸੀ, ਉਹਦਾ ਦੰਦ ਖਰਾਬ ਸੀਗਾ। ਬੈਡ ਟੂਥ ਵਾਲਾ ਜਿਹੜਾ ਸਾਡਾ ਆਨਸਰ ਆ ਉਹ ਬੱਚਿਓ ਸਹੀ ਆ। ਆਸ ਹੈ ਤੁਸੀਂ ਇਹ ਮਾਰਕ ਕੀਤਾ ਹੋਣਾ ਪੇਪਰ ਦੇ ਵਿੱਚ। ਥਰਡ ਕੁਐਸਚਨ ਹੈ, ਵਟ ਡਿਡ ਦਾ ਡਾਕਟਰ ਸੇ ਟੂ ਰੋਹਨ ਅਬਾਊਟ ਹਿਸ ਈਕਿੰਗ ਟੂਥ। ਜਿਹੜਾ ਉਹਦਾ ਦੰਦ ਜਿਹੜਾ ਦੁਖ ਰਿਹਾ ਸੀ ਉਹਦੇ ਬਾਰੇ ਡਾਕਟਰ ਨੂੰ ਕੀ ਕਿਹਾ? ਇਟ ਨੀਡਿਡ ਫਲਸਿੰਗ, ਇਟ ਨੀਡਿਡ ਟੂ ਬੀ ਪੁਲਡ ਆਊਟ, ਇਟ ਨੀਡਿਡ ਟੂ ਬੀ ਰਿਪੇਅਰਡ, ਇਟ ਨੀਡਿਡ ਟੂ ਬੀ ਕਲੀਨਡ। ਉਹਨਾਂ ਨੇ ਕਿਹਾ ਵੀ ਆਹ ਜਿਹੜੇ ਆਪਸ਼ਨ ਹੈਗੇ ਆ ਸਾਰੇ, ਇਹਨਾਂ ਦੇ ਵਿੱਚੋਂ ਕਿਹੜੇ ਆਪਸ਼ਨ ਦੀ ਸਾਨੂੰ ਲੋੜ ਹੈਗੀ ਹੈ? ਤਾਂ ਡਾਕਟਰ ਨੇ ਜੋ ਉਹਨੇ ਕਿਹਾ ਵੀ ਉਹ ਦੰਦ ਜਿਹੜਾ ਕਿਉਂਕਿ ਜ਼ਿਆਦਾ ਖਰਾਬ ਹੈ ਉਹ ਕੱਢਣਾ ਪੈਣਾ। ਇਟ ਨੀਡਿਡ ਟੂ ਬੀ ਪੁਲਡ ਆਊਟ। ਇਹ ਸਾਡਾ ਆਨਸਰ ਇਹਦੇ 'ਚ ਆ। ਨੈਕਸਟ ਕੁਐਸਚਨ ਹੈ ਸਾਡਾ, ਰੋਹਨ ਵਾਜ਼ ਗਿਵਨ ਐਨ ਇੰਜੈਕਸ਼ਨ ਸੋ ਦੈਟ। ਰੋਹਨ ਨੂੰ ਇੰਜੈਕਸ਼ਨ ਦਿੱਤਾ ਗਿਆ, ਕਿਉਂ ਦਿੱਤਾ ਗਿਆ? ਟੀਕਾ ਕਿਉਂ ਲਾਇਆ ਗਿਆ? ਹਿਸ ਪੇਨ ਵੁੱਡ ਬੀ ਰਿਡਿਊਸਡ, ਹੀ ਵੁੱਡ ਨਾਟ ਫੀਲ ਸਕੇਅਰਡ, ਹਿਸ ਟੂਥ ਵੁੱਡ ਬੀ ਹੀਲਡ, ਹੀ ਵੁੱਡ ਬਿਕਮ ਅਨਕੌਂਸ਼ੀਅਸ। ਉਹਨੂੰ ਟੀਕਾ ਇਸ ਕਰਕੇ ਲਾਇਆ ਗਿਆ ਤਾਂ ਕਿ ਉਹਦੇ ਜੋ ਦਰਦ ਹੋ ਰਹੀ ਸੀ ਉਹ ਘਟ ਜਾਵੇ। ਠੀਕ ਹੈ, ਤਾਂ ਪਹਿਲਾ ਹੀ ਆਨਸਰ ਹੈਗਾ ਹਿਸ ਪੇਨ ਵੁੱਡ ਬੀ ਰਿਡਿਊਸਡ। ਤਾਂ ਇਹ ਤੁਸੀਂ ਨੋਟ ਕਰ ਲੈਣਾ ਹੈ।
ਲਾਸਟ ਕੁਐਸਚਨ ਹੈ, ਵਟ ਹੈਪਨਡ ਵੈਨ ਰੋਹਨਸ ਟੁੱਥ ਵਾਸ ਪੁਲਡ ਆਊਟ। ਜਦੋਂ ਉਹਦਾ ਦੰਦ ਬਾਹਰ ਕੱਢ ਲਿਆ ਗਿਆ ਤਾਂ ਕੀ ਹੋਇਆ? ਹੀ ਬਿਕਮ ਸੈਡ, ਹੀ ਬਿਕਮ ਐਂਗਰੀ, ਹੀ ਫੈਲਟ ਗੁੱਡ ਐਜ਼ ਹੀ ਹੈਡ ਨੋ ਪੇਨ, ਹੀ ਵਾਜ਼ ਸਕੇਅਰਡ। ਤਾਂ ਕੀ ਸੀ? ਉਹਨੂੰ ਆਰਾਮ ਮਹਿਸੂਸ ਹੋ ਗਿਆ ਅਤੇ ਉਹ ਅੱਛਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਉਹਨੂੰ ਦਰਦ ਨਹੀਂ ਹੋ ਰਹੀ ਸੀ। ਤਾਂ ਤੀਸਰਾ ਆਪਸ਼ਨ ਹੈਗਾ, ਹੀ ਫੈਲਟ ਗੁੱਡ ਐਜ਼ ਹੀ ਹੈਡ ਨੋ ਪੇਨ। ਇਹ ਸੀ ਸਾਡਾ ਜਿਹੜਾ ਇੰਗਲਿਸ਼ ਦਾ ਟੈਸਟ ਜਿਹੜਾ ਆਪਾਂ ਕੀਤਾ ਆ। ਅਗਾਂਹ ਵੀ ਇੱਦਾਂ ਦੇ ਟੈਸਟ ਆਉਣੇ ਆ ਜਿਹਦੇ ਵਿੱਚ ਪੈਰਾ ਆਉਣਾ, ਅਤੇ ਪੈਰੇ ਦੇ ਨੂੰ ਪੜ੍ਹ ਕੇ ਉਹਨੂੰ ਸਮਝ ਕੇ ਤੁਸੀਂ ਆਪਣੇ ਜਿਹੜੇ ਆ ਕੁਐਸਚਨਾਂ ਦੇ ਆਨਸਰ ਦੇਣੇ ਆ। ਅਤੇ ਆਸ ਹੈ ਵੀ ਤੁਸੀਂ ਆਨਸਰ ਇਹੀ ਦਿੱਤੇ ਹੋਣਗੇ। ਜੇ ਤੁਹਾਡਾ ਕੋਈ ਗਲਤ ਹੋਇਆ ਤਾਂ ਤੁਸੀਂ ਉਹਨੂੰ ਸਮਝ ਲਓ ਵੀ ਕਿਉਂ ਗਲਤ ਹੋਇਆ ਅਤੇ ਅੱਗੇ ਤੋਂ ਆਪਾਂ ਕਿਸ ਚੀਜ਼ ਦਾ ਖਿਆਲ ਰੱਖਣਾ ਹੈ। ਥੈਂਕਸ। ਪਿਆਰੇ ਬੱਚਿਓ, ਮਿਤੀ 24 ਅਗਸਤ 2020 ਨੂੰ ਪੰਜਾਬ ਅਚੀਵਮੈਂਟ ਸਰਵੇ ਦਾ ਜੋ ਟੈਸਟ ਹੋਇਆ ਹੈ ਸਮਾਜਿਕ ਸਿੱਖਿਆ ਦਾ, ਆਪਾਂ ਉਹਨੂੰ ਸੋਲਵ ਕਰਕੇ ਦੇਖਾਂਗੇ ਕੀ ਪ੍ਰਸ਼ਨ ਆਏ ਸੀ ਅਤੇ ਕੀ ਉਹਨਾਂ ਦੇ ਆਨਸਰ ਸੀ। ਪਹਿਲਾ ਪ੍ਰਸ਼ਨ ਸੀ ਬੱਚਿਓ, ਅਸੀਂ ਅਕਸਰ ਹੀ ਤਾਰਿਆਂ ਨਾਲ ਭਰੇ ਆਕਾਸ਼ ਨੂੰ ਦੇਖਦੇ ਹਾਂ ਅਤੇ ਸੋਚਦੇ ਹਾਂ ਕਿ ਤਾਰੇ ਧਰਤੀ ਤੋਂ ਕਿੰਨੀ ਦੂਰ ਹਨ। ਤਾਰੇ ਕਦੇ ਟਿਮਟਮਾਉਂਦੇ ਦਿਖਾਈ ਦਿੰਦੇ ਹਨ ਅਤੇ ਕਦੇ ਮਨੁੱਖੀ ਜਾਂ ਪਸ਼ੂ ਆਕ੍ਰਿਤੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਇਹਨਾਂ ਤਾਰਾ ਸਮੂਹਾਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਬੱਚੇ 4 ਆਪਸ਼ਨ ਹੈਗੇ, ਤਾਰਾ ਮੰਡਲ, ਪ੍ਰਕਾਸ਼ ਸਾਲ, ਉਪਗ੍ਰਹਿ। ਇਹਨਾਂ ਵਿੱਚੋਂ ਕੋਈ ਨਹੀਂ। ਹੁਣ ਤਾਰਿਆਂ ਦੀ ਗੱਲ ਕੀਤੀ ਇਸ ਕਰਕੇ ਇਹਦਾ ਆਨਸਰ ਜਿਹੜਾ ਤਾਰਾ ਮੰਡਲ ਆ। ਇਹਦੇ ਵਿੱਚ ਸਾਰੇ ਤਾਰਿਆਂ ਦੀ ਗੱਲ ਕੀਤੀ ਹੈ, ਤਾਰੇ ਟਮਟਮਾਉਣ ਦੀ ਗੱਲ ਕੀਤੀ ਹੈ। ਅਸਲ ਦੇ ਵਿੱਚ ਤਾਰੇ ਟਮਟਮਾਉਂਦੇ ਨਹੀਂ, ਪਰ ਹਵਾ ਦੇ ਵਿੱਚੋਂ ਉਹਨਾਂ ਦੀ ਰੋਸ਼ਨੀ ਸਾਡੇ ਤੱਕ ਪਹੁੰਚਦੀ ਇੱਦਾਂ ਸਾਨੂੰ ਮਹਿਸੂਸ ਹੁੰਦਾ ਵੀ ਜਿਵੇਂ ਉਹ ਟਮਟਮਾ ਰਹੇ ਆ। ਅਤੇ ਬੱਚੇ ਪ੍ਰਕਾਸ਼ ਸਾਲ ਕੀ ਹੁੰਦਾ? ਜਦੋਂ ਸੂਰਜ ਦੀਆਂ ਕਿਰਨਾਂ ਇੱਕ ਸਾਲ ਦੇ ਵਿੱਚ ਲੰਮਾ ਸਫ਼ਰ ਤੈਅ ਕਰਦੀਆਂ ਹਨ ਪੂਰੇ ਸਾਲ ਦੇ ਵਿੱਚ, ਉਹਨੂੰ ਅਸੀਂ ਪ੍ਰਕਾਸ਼ ਸਾਲ ਕਹਿੰਦੇ ਹਾਂ। ਉਪਗ੍ਰਹਿ ਕੀ ਹੁੰਦਾ? ਉਪਗ੍ਰਹਿ ਤੁਹਾਨੂੰ ਪਤਾ ਹੈ ਜਿਵੇਂ ਧਰਤੀ ਦਾ ਉਪਗ੍ਰਹਿ ਚੰਦਰਮਾ ਆ, ਜੋ ਗ੍ਰਹਿ ਦੇ ਦੁਆਲੇ ਜਿਹੜੇ ਜਿਵੇਂ ਆਪਾਂ ਸੂਰਜ ਦੇ ਦੁਆਲੇ ਘੁੰਮਦੇ ਹਾਂ, ਠੀਕ ਹੈ, ਅਤੇ ਸਾਨੂੰ ਗ੍ਰਹਿ ਕਹਿੰਦੇ ਆ। ਅਤੇ ਜੇ ਗ੍ਰਹਿਆਂ ਦੇ ਦੁਆਲੇ ਜਿਹੜੇ ਘੁੰਮਦੇ ਆ ਉਹਨਾਂ ਨੂੰ ਅਸੀਂ ਉਪਗ੍ਰਹਿ ਕਹਿੰਦੇ ਹਾਂ। ਇਸ ਕਰਕੇ ਇਹਨਾਂ ਦਾ ਉੱਤਰ ਜਿਹੜਾ ਹੈਗਾ ਉਹ ਤਾਰਾ ਮੰਡਲ ਹੈ। ਠੀਕ ਹੈ ਜੀ, ਇਹ ਤੁਹਾਡਾ ਉੱਤਰ ਆ ਜੋ ਮਾਰਕ ਕੀਤਾ ਹੈ। ਦੂਸਰਾ ਪ੍ਰਸ਼ਨ ਹੈ, ਧਰਤੀ ਆਪਣੇ ਧੁਰੇ ਦੁਆਲੇ ਘੁੰਮਦੇ ਹੋਏ 24 ਘੰਟਿਆਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਜਿਸ ਨੂੰ ਦੈਨਿਕ ਗਤੀ ਕਹਿੰਦੇ ਹਾਂ। ਦੈਨਿਕ ਮਤਲਬ ਇੱਕ ਦਿਨ ਦੀ ਗਤੀ। ਇਹ ਦੱਸੋ ਕਿ ਧਰਤੀ ਕਿਸ ਦਿਸ਼ਾ ਤੋਂ ਕਿਸ ਦਿਸ਼ਾ ਵੱਲ ਘੁੰਮਦੀ ਹੈ? ਤਾਂ 4 ਆਪਸ਼ਨ ਆ, ਪੂਰਬ ਤੋਂ ਪੱਛਮ, ਪੱਛਮ ਤੋਂ ਪੂਰਬ, ਪੂਰਬ ਤੋਂ ਉੱਤਰ, ਪੂਰਬ ਤੋਂ ਦੱਖਣ। ਉੱਤਰ ਦੱਖਣ ਵਾਲੇ ਤਾਂ ਉੱਤਰ ਬੱਚੇ ਪਹਿਲਾਂ ਹੀ ਗਲਤ ਹੈ ਕਿਉਂਕਿ ਇਹਦੇ 'ਚ ਆਉਂਦੇ ਨਹੀਂ ਗੇ। ਹੁਣ ਸਵਾਲ ਉੱਠਦਾ ਆ ਪੂਰਬ ਤੋਂ ਪੱਛਮ ਹੈ ਕਿ ਪੱਛਮ ਤੋਂ ਪੂਰਬ ਆ। ਤਾਂ ਸਾਨੂੰ ਇਹ ਪਤਾ ਵੀ ਸੂਰਜ, ਚੰਨ, ਤਾਰੇ ਜਿਹੜੇ ਆ ਸਾਨੂੰ ਇੱਦਾਂ ਲੱਗਦੇ ਵੀ ਜਿਵੇਂ ਉਹ ਪੂਰਬ ਤੋਂ ਪੱਛਮ ਵੱਲ ਘੁੰਮਦੇ ਹੁੰਦੇ ਜਦ ਕਿ ਉਹ ਆਪਣੀ ਜਗ੍ਹਾ 'ਤੇ ਖੜ੍ਹੇ ਆ। ਤਾਂ ਇਸ ਤੋਂ ਭਾਵ ਇਹ ਆਪਾਂ ਅੰਦਾਜ਼ਾ ਲਾ ਸਕਦੇ ਵੀ ਸਾਡੀ ਧਰਤੀ ਘੁੰਮਦੀ ਹੈ ਅਤੇ ਸਾਡੀ ਧਰਤੀ ਇਸ ਦੇ ਉਲਟ ਘੁੰਮਦੀ ਹੈ। ਇਸ ਕਰਕੇ ਸਾਨੂੰ ਇਹ ਪੂਰਬ ਤੋਂ ਪੱਛਮ ਨੂੰ ਘੁੰਮਦੇ ਨਜ਼ਰ ਆਉਂਦੇ ਆ, ਯਾਨੀ ਉਹ ਪੱਛਮ ਤੋਂ ਪੂਰਬ ਵੱਲ ਨੂੰ ਘੁੰਮਦੀ ਹੈ। ਅਤੇ ਸਾਡਾ ਇਹ ਉੱਤਰ ਹੈਗਾ। ਆਹ ਦੇਖੋ ਮਾਰਕ ਕੀਤਾ ਹੋਇਆ। ਤੀਸਰਾ ਪ੍ਰਸ਼ਨ ਹੈ, ਗੁਰਨੂਰ ਆਪਣੇ ਚਾਚਾ ਜੀ ਦੇ ਕੋਲ ਛੁੱਟੀਆਂ ਵਿੱਚ ਕਲਕੱਤਾ ਗਿਆ। ਉੱਥੇ ਉਸਨੇ ਇੱਕ ਅਜਾਇਬ ਘਰ ਵਿੱਚ ਪੁਰਾਤਨ ਸਮੇਂ ਦੇ ਸਿੱਕੇ ਦੇਖੇ ਜਿਨ੍ਹਾਂ ਉੱਤੇ ਰਾਜਿਆਂ ਦੇ ਚਿੱਤਰ, ਜਾਨਵਰਾਂ ਦੇ ਚਿੱਤਰ, ਧਾਰਮਿਕ ਚਿੰਨ੍ਹ ਅਤੇ ਕਈਆਂ ਉੱਤੇ ਮਿਤੀਆਂ ਆਦਿ ਲਿਖੀਆਂ ਹੋਈਆਂ ਸਨ। ਤੁਸੀਂ ਦੱਸੋ ਕਿ ਪ੍ਰਾਚੀਨ ਕਾਲ ਵਿੱਚ ਉਹ ਸਿੱਕੇ ਕਿਸ ਧਾਤੂ ਦੇ ਬਣਾਏ ਜਾਂਦੇ ਸਨ? ਲੋਹਾ, ਅਬਰਕ, ਤਾਂਬੇ, ਕਾਂਸੇ, ਸੋਨਾ ਅਤੇ ਚਾਂਦੀ ਅਤੇ ਐਲੂਮੀਨੀਅਮ। ਤਾਂ ਬੱਚਿਓ ਤੁਹਾਨੂੰ ਪਤਾ ਹੀ ਹੈ ਇਸ ਦਾ ਉੱਤਰ ਕੀ ਹੈ? ਤਾਂਬੇ, ਕਾਂਸੇ, ਸੋਨਾ ਅਤੇ ਚਾਂਦੀ ਦੇ ਜਿਹੜੇ ਸਿੱਕੇ ਆ ਸਾਨੂੰ ਖੋਜ ਦੇ ਵਿੱਚ ਮਿਲੇ ਹੋਏ ਆ। ਤਾਂ ਇਹ ਸਾਡਾ ਉੱਤਰ ਹੈ। ਚੌਥਾ ਪ੍ਰਸ਼ਨ ਹੈ, ਤੁਸੀਂ ਪੜ੍ਹ ਚੁੱਕੇ ਹੋ ਕਿ ਆਦਿ ਮਨੁੱਖ ਨੇ ਦੇਖਿਆ ਕਿ ਜੇ ਦਾਣੇ ਉਹ ਭੂਮੀ ਉੱਤੇ ਸੁੱਟਦਾ ਹੈ ਉਸ ਤੋਂ ਨਵੇਂ ਪੌਦੇ ਉਗਾਉਂਦੇ ਹਨ ਅਤੇ ਬਹੁਤ ਅਨਾਜ ਪ੍ਰਾਪਤ ਹੁੰਦਾ ਹੈ। ਇਹ ਖੇਤੀਬਾੜੀ ਅਤੇ ਮਨੁੱਖੀ ਜੀਵਨ ਵਿੱਚ ਸੱਭਿਅਤਾ ਦੇ
ਇੱਕ ਹੋਰ ਯੁੱਗ ਦੀ ਸ਼ੁਰੂਆਤ ਦਾ ਆਰੰਭ ਸੀ। ਇਸ ਨੂੰ ਕਿਸ ਯੁੱਗ ਨਾਲ ਜਾਣਿਆ ਜਾਂਦਾ ਹੈ? ਤਾਂ ਬੱਚਿਓ ਆਪਸ਼ਨ ਹੈਗੇ ਆ 3, ਇੱਕ ਤਾਂ ਹੈਗਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਪਹਿਲਾ ਆਪਸ਼ਨ ਹੈਗਾ ਮੱਧ ਪੱਥਰ ਯੁੱਗ। ਤਾਂ ਮੱਧ ਪੱਥਰ ਯੁੱਗ ਉਹ ਸਮਾਂ ਸੀਗਾ ਜਿਸ ਵੇਲੇ ਇਨਸਾਨ ਨੇ ਕਾਫੀ ਤਰੱਕੀ ਕਰ ਲਈ ਸੀ, ਪੁਰਾਣੀਆਂ ਚੀਜ਼ਾਂ ਵਿੱਚ ਸੁਧਾਰ ਕੀਤਾ ਹੈ। ਜਿਵੇਂ ਪਹਿਲਾਂ ਉਹ ਪੱਥਰਾਂ ਨਾਲ ਜਾਂ ਲੱਕੜਾਂ ਨਾਲ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ, ਫਿਰ ਉਹਨਾਂ ਨੇ ਉਹਦੇ ਹਥਿਆਰ ਬਣਾਉਣੇ ਸ਼ੁਰੂ ਕਰ ਲਏ। ਉਹ ਫਿਰ ਉਹਨੇ ਤਿੱਖੇ ਕਰਕੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ। ਫਿਰ ਉਹ ਗੁਫਾਵਾਂ ਤੋਂ ਅੱਗੇ ਹੋਰ ਵਿਸ਼ਰਾਮ ਘਰਾਂ ਜਾਂ ਲੱਕੜੀ ਬਾਂਸ ਦੇ ਪੱਤੀਆਂ ਦੇ ਝੌਂਪੜੀਆਂ ਵਿੱਚ ਰਹਿਣ ਲੱਗ ਪਿਆ। ਇਸ ਤਰ੍ਹਾਂ ਦਾ ਕੰਮ ਜਿਹੜਾ ਸੀਗਾ ਮੱਧ ਪੱਥਰ ਯੁੱਗ ਦੇ ਵਿੱਚ ਹੁੰਦਾ ਸੀ। ਫਿਰ ਨਵੀਨ ਪੱਥਰ ਯੁੱਗ ਦੀ ਗੱਲ ਹੈ। ਨਵੀਨ ਪੱਥਰ ਯੁੱਗ ਕੀ ਆ? ਕਿ ਉਹ ਸਮਾਂ ਜਿਸ ਵਿੱਚ ਇਨਸਾਨ ਨੇ ਜਿਹੜਾ ਕਾਫੀ ਤਰੱਕੀ ਕਰ ਲਈ ਸੀ, ਇਹੀ ਉਹ ਸਮਾਂ ਜਦੋਂ ਅਨਾਜ ਤੋਂ ਉਹ ਦਾਣੇ ਬਣਾਉਣੇ ਉਹਨੇ ਸਿੱਖ ਲਏ। ਤਾਂ ਸਾਡਾ ਉੱਤਰ ਇਹੀ ਆ, ਠੀਕ ਹੈ, ਕਿਉਂਕਿ ਅਨਾਜ ਉਗਾਉਣਾ ਅਤੇ ਭੋਜਨ ਪਕਾਉਣਾ ਉਹਨੇ ਸਿੱਖ ਲਿਆ ਸੀ। ਘਰਾਂ ਨੂੰ ਵਧੀਆ ਹਾਲਾਤ ਵਿੱਚ ਬਣਾ ਕੇ ਉਹ 'ਚ ਰਹਿਣਾ ਸਿੱਖ ਲਿਆ ਸੀ। ਜਿੱਥੋਂ ਤੱਕ ਪੁਰਾਤਨ ਪੱਥਰ ਯੁੱਗ ਦੀ ਗੱਲ ਹੈਗੀ ਆ, ਤਾਂ ਇਹ ਉਹ ਸਮਾਂ ਆ ਜਿਸ ਨੂੰ ਅਸੀਂ ਇਹ ਮੰਨਦੇ ਵੀ ਇਹ 3,50,000 ਸਾਲ ਤੋਂ ਪਹਿਲਾਂ ਦਾ ਜਿਹੜਾ ਸਮਾਂ ਆ ਉਹਦੀ ਗੱਲ ਇਹ ਕਰਦੇ ਅਸੀਂ ਪੁਰਾਤਨ ਪੱਥਰ ਯੁੱਗ ਦੀ, ਜਿਸ ਵਿੱਚ ਉਹ ਗੁਫਾਵਾਂ ਵਿੱਚ ਰਹਿੰਦਾ ਸੀ ਅਤੇ ਜੰਗਲਾਂ ਵਿੱਚ ਕੰਦ ਮੂਲ ਖਾਂਦਾ, ਮੱਛੀਆਂ ਫੜਦਾ ਸੀ ਜਾਂ ਸ਼ਿਕਾਰ ਖੇਡਦਾ ਸੀ। ਠੀਕ ਹੈ, ਗੁਫਾਵਾਂ ਦੇ ਵਿੱਚ ਰਹਿ ਕੇ ਉਹ ਆਪਣੇ ਪੱਤਿਆਂ ਦੇ ਨਾਲ ਜਾਂ ਦਰਖਤਾਂ ਦੀ ਛਿੱਲਾਂ ਦੇ ਨਾਲ ਜਾਂ ਜਾਨਵਰਾਂ ਦੀਆਂ ਜੋ ਸੀਗੀਆਂ ਉਹ ਖੱਲਾਂ ਦੇ ਨਾਲ ਉਹ ਆਪਣੇ ਸਰੀਰ ਨੂੰ ਢੱਕਦਾ ਸੀਗਾ। ਇਹ ਪੁਰਾਤਨ ਪੱਥਰ ਯੁੱਗ, ਠੀਕ ਹੈ। ਇਸ ਕਰਕੇ ਇਹ ਵੀ ਆਪਸ਼ਨ ਨਹੀਂ ਆਉਣਾ, ਮੱਧ ਪੱਥਰ ਯੁੱਗ ਵੀ ਨਹੀਂ ਆਉਣਾ। ਤਾਂ ਸਾਡਾ ਉੱਤਰ ਕਿਹੜਾ ਆਉਣਾ? ਨਵੀਨ ਪੱਥਰ ਯੁੱਗ। ਠੀਕ ਹੈ, ਇਹ ਤੁਹਾਡਾ ਉੱਤਰ ਹੈਗਾ। ਲਾਸਟ ਪ੍ਰਸ਼ਨ ਹੈਗਾ, ਅਧਿਆਪਕ ਕਲਾਸ ਵਿੱਚ ਵਿਦਿਆਰਥੀਆਂ ਨੂੰ ਦੱਸਦਾ ਹੈ ਕਿ ਅਸੀਂ ਸਾਰੇ ਪਰਿਵਾਰ ਵਿੱਚ ਰਹਿੰਦੇ ਹਾਂ। ਪਰਿਵਾਰ ਵਿੱਚ ਅਸੀਂ ਮਾਤਾ ਪਿਤਾ 'ਤੇ ਨਿਰਭਰ ਕਰਦੇ ਹਾਂ, ਸਕੂਲ ਵਿੱਚ ਅਸੀਂ ਅਧਿਆਪਕਾਂ 'ਤੇ ਨਿਰਭਰ ਕਰਦੇ ਹਾਂ, ਬਿਮਾਰ ਹੋਣ 'ਤੇ ਅਸੀਂ ਡਾਕਟਰਾਂ 'ਤੇ ਨਿਰਭਰ ਕਰਦੇ ਹਾਂ। ਇਹ ਦੱਸੋ ਕਿ ਸਾਡੇ ਸਾਰਿਆਂ ਦੇ ਸਮੂਹ ਨਾਲ ਕੀ ਬਣਦਾ ਹੈ? ਹੁਣ ਦੇਖੋ ਵੀ ਹਰੇਕ ਬੰਦਾ ਇੱਕ ਦੂਜੇ 'ਤੇ ਡਿਪੈਂਡ ਕਰਦਾ ਨਾ, ਇੱਕ ਪਰਿਵਾਰ ਦੂਜੇ ਪਰਿਵਾਰ 'ਤੇ, ਦੂਜਾ ਪਰਿਵਾਰ ਤੀਜੇ ਪਰਿਵਾਰ 'ਤੇ, ਕੋਈ ਦੁਕਾਨਦਾਰ 'ਤੇ, ਕੋਈ ਡਾਕਟਰ 'ਤੇ, ਕੋਈ ਕਿਸੇ ਹੋਰ ਬੰਦੇ 'ਤੇ ਨਿਰਭਰ ਕਰਦਾ ਹੈ। ਤਾਂ ਆਪਸ਼ਨ ਹੈਗੇ ਸਾਡੇ ਪਰਿਵਾਰ, ਸਮਾਜ, ਦੇਸ਼, ਮਿਲਵਰਤਨ। ਪਰਿਵਾਰ ਦੀ ਗੱਲ ਪਹਿਲਾਂ ਹੋ ਗਈ ਆ, ਇਹਦਾ ਮਤਲਬ ਉਹ ਨਹੀਂ ਆਉਣਾ। ਦੇਸ਼ ਵੀ ਨਹੀਂ ਹੈਗਾ, ਠੀਕ ਹੈ, ਮਿਲਵਰਤਨ ਵੀ ਨਹੀਂ ਆਉਣਾ। ਅਤੇ ਇਹਦੇ 'ਚ ਆਪਸ਼ਨ ਇੱਕੋ ਹੀ ਰਹਿ ਗਿਆ ਸਮਾਜ, ਜਿੱਥੇ ਅਸੀਂ ਰਹਿੰਦੇ ਇੱਕ ਦੂਜੇ ਨੂੰ ਮਿਲਦੇ ਜੁਲਦੇ ਹਾਂ। ਹੁਣ ਦੇਸ਼ ਦੀ ਗੱਲ ਕਰਾਂਗੇ ਤਾਂ ਦੇਸ਼ ਤਾਂ ਬਹੁਤ ਵੱਡਾ, ਆਪਾਂ ਦੇਸ਼ ਦੇ ਵਿੱਚ ਹਰੇਕ ਬੰਦੇ ਨੂੰ ਨਹੀਂ ਮਿਲਦੇ ਨਾ। ਤਾਂ ਸਾਡਾ ਉੱਤਰ ਕੀ ਹੈਗਾ? ਸਮਾਜ। ਠੀਕ ਹੈ, ਪਰਿਵਾਰਾਂ ਨਾਲ ਮਿਲ ਕੇ ਸਮਾਜ, ਲੋਕਾਂ ਨਾਲ ਮਿਲ ਕੇ ਪਰਿਵਾਰ ਬਣਦੇ, ਪਰਿਵਾਰਾਂ ਨਾਲ ਮਿਲ ਕੇ ਅੱਗੇ ਸਮਾਜ ਬਣਦਾ। ਤਾਂ ਬੱਚਿਓ ਇਹ ਸੀ ਸਾਡਾ ਸਮਾਜਿਕ ਸਿੱਖਿਆ ਦਾ 24 ਅਗਸਤ ਦਾ ਪੈਸ ਦਾ ਟੈਸਟ, ਜਿਹੜਾ ਪਹਿਲਾ ਮੌਕ ਟੈਸਟ ਸੀਗਾ। ਆਉਣ ਵਾਲੇ ਸਮੇਂ 'ਚ ਹੋਰ ਵੀ ਟੈਸਟ ਆਉਣੇ ਆ ਅਤੇ ਇਸ ਤਰ੍ਹਾਂ ਦੇ ਪ੍ਰਸ਼ਨ ਤੁਹਾਡੇ ਪਾਠਾਂ ਦੇ ਵਿੱਚ ਆਉਣੇ, ਅਤੇ ਤੁਸੀਂ ਧਿਆਨ ਦੇ ਨਾਲ ਪਾਠ ਨੂੰ ਪੜ੍ਹਨਾ ਹੈ ਅਤੇ ਆਪਣੇ ਪੇਪਰਾਂ ਦੀ ਤਿਆਰੀ ਕਰਨੀ। ਧੰਨਵਾਦ। ਡੀਅਰ ਸਟੂਡੈਂਟਸ, ਬੇਟਾ ਕੱਲ੍ਹ ਤੁਹਾਡਾ ਪਾਸ ਦਾ ਟੈਸਟ ਹੋਇਆ ਸੀ, ਪੰਜਾਬ ਅਚੀਵਮੈਂਟ ਸਰਵੇ। ਉਹਦੇ ਵਿੱਚ ਤੁਹਾਨੂੰ ਸਾਇੰਸ ਦਾ ਜੋ ਟੌਪਿਕ ਆਇਆ ਸੀ ਉਹਦੇ ਕੁਐਸਚਨਸ ਅੱਜ ਮੈਂ ਤੁਹਾਨੂੰ ਹੱਲ ਕਰਕੇ ਦੱਸਣੇ ਵੀ ਉਹਨਾਂ ਦੇ ਆਨਸਰਸ ਕੀ ਸਹੀ ਆਉਂਦੇ ਨੇ ਔਰ ਉਹ ਆਨਸਰ ਕਿਉਂ ਆ ਰਿਹਾ ਹੈ। ਇਸ ਰਿਗਾਰਡਿੰਗ ਮੈਂ ਤੁਹਾਨੂੰ ਹੁਣ ਕੁਝ ਸਲਾਈਡਸ ਦਿਖਾਵਾਂਗੀ। ਉਹ 'ਚ ਪਹਿਲਾਂ ਤੁਹਾਨੂੰ ਕੁਐਸਚਨ ਪੁੱਛਿਆ ਜਾਏਗਾ, ਫਿਰ ਉਸ ਕੁਐਸਚਨ ਦਾ ਆਨਸਰ ਉਹ ਕਿਉਂ ਆਇਆ ਉਹਦਾ ਫਿਰ ਆਨਸਰ ਤੁਹਾਨੂੰ ਪ੍ਰੋਪਰ ਦੱਸਿਆ ਜਾਏਗਾ, ਤਾਂ ਕਿ ਤੁਸੀਂ ਚੈੱਕ ਕਰ ਸਕੋ ਕੱਲ੍ਹ ਤੁਸੀਂ ਜੋ ਕੁਝ ਵੀ ਫਿਲ ਕੀਤਾ ਆ ਉਹ ਠੀਕ ਸੀ ਜਾਂ ਗਲਤ ਸੀ। ਅਗਰ ਗਲਤ ਸੀ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿ ਤੁਹਾਡੀ ਗਲਤੀ ਕਿੱਥੇ ਸੀ। ਬੇਟਾ ਜਿਸ ਤਰ੍ਹਾਂ ਪਹਿਲਾ ਕੁਐਸਚਨ ਹੈ, ਰਾਮ ਅਧਿਆਪਕ ਤੋਂ ਪੁੱਛਦਾ ਹੈ ਕਿ ਉਹਨਾਂ ਜੰਤੂਆਂ ਨੂੰ ਅਸੀਂ ਕੀ ਕਹਿੰਦੇ ਹਾਂ ਜੋ ਛੋਟੇ ਜੰਤੂਆਂ ਨੂੰ ਖਾਂਦੇ ਹਨ। ਅਧਿਆਪਕ ਦਾ ਉੱਤਰ ਕੀ ਹੋਵੇਗਾ? ਇਹਦੇ ਤੁਹਾਨੂੰ 4 ਆਪਸ਼ਨਸ ਦਿੱਤੇ ਨੇ, ਸ਼ਾਕਾਹਾਰੀ, ਸਰਬ ਆਹਾਰੀ, ਮਾਸਾਹਾਰੀ ਅਤੇ ਕੀਟ ਆਹਾਰੀ। ਹੁਣ ਤੁਸੀਂ ਸੋਚੋ ਇਹਦਾ ਉੱਤਰ ਕੀ ਆਉਣਾ ਚਾਹੀਦਾ ਹੈ? ਜੋ ਜੰਤੂ ਛੋਟੇ ਜੰਤੂਆਂ ਨੂੰ ਖਾਂਦੇ ਹਨ, ਯਾਨੀ ਕਿ ਜੋ ਜੰਤੂ ਸਿਰਫ ਮੀਟ ਅਤੇ ਮਾਸ ਹੀ ਖਾਂਦੇ ਹਨ, ਉਹਨਾਂ ਬਾਰੇ ਪੁੱਛਿਆ ਗਿਆ ਹੈ। ਅਤੇ ਬਿਲਕੁਲ ਕਲੀਅਰ ਹੈ, ਇਹਦਾ ਆਨਸਰ ਕੀ ਆਉਣਾ ਚਾਹੀਦਾ ਹੈ? ਮਾਸਾਹਾਰੀ। ਥਰਡ ਆਪਸ਼ਨ ਮਾਸਾਹਾਰੀ, ਜਿਸ ਨੂੰ ਇੰਗਲਿਸ਼ 'ਚ ਕਾਰਨੀਵੋਰ ਬੋਲਦੇ ਨੇ। ਇਹ ਤੁਹਾਡੀ ਥਰਡ ਆਪਸ਼ਨ ਆ ਗਈ ਹੈ, ਕਾਰਨੀਵੋਰ। ਅਗਰ ਤੁਸੀਂ ਇਹ ਫਿਲ ਕੀਤਾ ਸੀ ਤਾਂ ਤੁਸੀਂ ਬਿਲਕੁਲ ਠੀਕ ਸੀ। ਸੈਕਿੰਡ ਕੁਐਸਚਨ ਜੋ ਤੁਹਾਡਾ ਪੁੱਛਿਆ ਗਿਆ ਹੈ ਉਹ ਹੈ, ਸੁਮਿਤ ਆਪਣੇ ਸਰੀਰ ਵਿੱਚ ਊਰਜਾ ਦੀ ਘਾਟ ਮਹਿਸੂਸ ਹੋਣ 'ਤੇ ਡਾਕਟਰ ਕੋਲ ਜਾਂਦਾ ਹੈ। ਡਾਕਟਰ ਉਸਨੂੰ ਕਿਸ ਤਰ੍ਹਾਂ ਦਾ ਭੋਜਨ ਖਾਣ ਲਈ ਕਹਿੰਦਾ ਹੈ?
ਬੇਟੇ ਊਰਜਾ ਯਾਨੀ ਕਿ એનર્ਜੀ ਸਾਨੂੰ ਕਿਸ ਤਰ੍ਹਾਂ ਦੇ ਭੋਜਨ ਤੋਂ ਮਿਲਦੀ ਹੈ, ਕੁਐਸਚਨ ਵਿੱਚ ਇਹ ਪੁੱਛਿਆ ਗਿਆ ਹੈ। ਅਸੀਂ ਹਰ ਰੋਜ਼ ਕਈ ਤਰ੍ਹਾਂ ਦਾ ਭੋਜਨ ਖਾਂਦੇ ਹਾਂ, ਜਿਵੇਂ ਕਿ ਦਾਲਾਂ ਸਬਜ਼ੀਆਂ, ਫਲ, ਰੋਟੀ, ਚਾਵਲ, ਦੁੱਧ, ਦਹੀਂ, ਇਹ ਸਾਰਾ ਕੁਝ। ਪਰ ਇਹਨਾਂ ਵਿੱਚੋਂ ਕਿਸ ਤਰ੍ਹਾਂ ਦੇ ਭੋਜਨ ਤੋਂ ਸਾਨੂੰ ਊਰਜਾ ਮਿਲਦੀ ਹੈ? ਇਹਦੇ 4 ਆਪਸ਼ਨਸ ਦਿੱਤੇ ਨੇ: ਵਿਟਾਮਿਨ, ਖਣਿਜ, ਪ੍ਰੋਟੀਨ, ਕਾਰਬੋਹਾਈਡਰੇਟ ਤੇ ਚਰਬੀ ਯੁਕਤ ਭੋਜਨ। ਇਹ 4 ਆਪਸ਼ਨਸ ਹੈ। ਇਹਨਾਂ ਵਿੱਚੋਂ ਸਹੀ ਆਪਸ਼ਨ ਹੈ ਕਾਰਬੋਹਾਈਡਰੇਟਸ ਤੇ ਚਰਬੀ ਯੁਕਤ। ਇਹ ਕਾਰਬੋਹਾਈਡਰੇਟਸ ਤੇ ਚਰਬੀ ਸਾਨੂੰ ਕਿਹਨਾਂ ਭੋਜਨਾਂ ਤੋਂ ਮਿਲਦੀ ਹੈ? ਸਾਨੂੰ ਇਹ ਰੋਟੀ ਤੋਂ ਮਿਲਦੀ ਹੈ, ਚਾਹੇ ਕਣਕ ਦੀ ਚਾਹੇ ਮੱਕੀ ਦੀ, ਚਾਵਲਾਂ ਤੋਂ ਮਿਲਦੀ ਹੈ, ਸ਼ੱਕਰਕੰਦੀ, ਗੰਨਾ, ਮਿੱਠਾ ਜੋ ਵੀ ਹੈ ਉਹਨਾਂ ਤੋਂ ਸਾਨੂੰ ਕਾਰਬੋਹਾਈਡਰੇਟਸ ਮਿਲਦੇ ਹੈ। ਔਰ ਚਰਬੀ ਸਾਨੂੰ ਕਿੱਥੋਂ ਮਿਲਦੀ ਹੈ? ਚਰਬੀ ਸਾਨੂੰ ਦੁੱਧ ਵਿੱਚ ਜੇ ਮਲਾਈ ਆਉਂਦੀ ਹੈ ਦੁੱਧ ਤੋਂ ਮਿਲਦੀ ਹੈ, ਉਸ ਤੋਂ ਬਾਅਦ ਸਾਨੂੰ ਘਿਓ ਤੋਂ ਮਿਲਦੀ ਹੈ, ਮੱਖਣ ਤੋਂ ਚਰਬੀ ਮਿਲਦੀ ਹੈ। ਔਰ ਅਗਰ ਅਸੀਂ ਇਸ ਤਰ੍ਹਾਂ ਦੇ ਭੋਜਨ ਖਾਵਾਂਗੇ ਤਾਂ ਸਾਨੂੰ ਊਰਜਾ ਮਿਲੇਗੀ। ਤਾਂ ਸਹੀ ਇਹਦਾ ਆਪਸ਼ਨ ਕੀ ਆਏਗਾ? 4th ਵਾਲਾ ਆਪਸ਼ਨ, ਕਾਰਬੋਹਾਈਡਰੇਟ ਤੇ ਚਰਬੀ ਯੁਕਤ ਭੋਜਨ। ਇਹ ਤੁਹਾਡੀ 4th ਵਾਲੀ ਆਪਸ਼ਨ ਸਹੀ ਹੈ। ਹੁਣ ਅਸੀਂ 3rd ਕੁਐਸਚਨ ਤੇ ਆਉਂਦੇ ਹਾਂ। 3rd ਕੁਐਸਚਨ ਹੈ, ਅਜੇ ਵੀਰ ਦਾ ਰੰਗ ਹਲਕਾ ਪੀਲਾ ਫਿੱਕਾ ਹੈ, ਭੁੱਖ ਘੱਟ ਲੱਗਦੀ ਹੈ, ਕਮਜ਼ੋਰ ਹੈ ਤੇ ਡਾਕਟਰ ਉਸ ਨੂੰ ਕਹਿੰਦਾ ਹੈ ਕਿ ਉਸ ਦੇ ਸਰੀਰ ਵਿੱਚ ਲਹੂ ਦੀ ਘਾਟ ਹੈ। ਡਾਕਟਰ ਦੇ ਅਨੁਸਾਰ ਉਸ ਦੇ ਸਰੀਰ ਵਿੱਚ ਕਿਸ ਪੋਸ਼ਕ ਤੱਤ ਦੀ ਕਮੀ ਹੈ? 4 ਆਪਸ਼ਨ ਦਿੱਤੇ ਨੇ: ਜ਼ਿੰਕ, ਕੈਲਸ਼ੀਅਮ, ਲੋਹਾ, ਤਾਂਬਾ। ਹੁਣ ਜਦੋਂ ਕਿਸੇ ਨੂੰ ਆਪ ਲਈ ਇੱਦਾਂ ਹੁੰਦਾ ਕਿ ਰੰਗ ਫਿੱਕਾ ਔਰ ਉਹਨੂੰ ਕਮਜ਼ੋਰੀ ਵੀ ਫੀਲ ਹੁੰਦੀ ਹੈ, ਤੇ ਅਸੀਂ ਕਹਿੰਦੇ ਖੂਨ ਦੀ ਘਾਟ ਹੈ, ਖੂਨ ਘੱਟ ਹੈ। ਪਰ ਉਹ ਖੂਨ ਘੱਟ ਦੇ ਵਿੱਚ ਕੀ ਇਸ ਦਾ ਮਤਲਬ ਹੁੰਦਾ ਹੈ? ਉਸ ਦਾ ਮਤਲਬ ਇਹ ਹੁੰਦਾ ਕਿ ਉਸ ਦੇ ਖੂਨ ਵਿੱਚ ਲੋਹਾ ਘੱਟ ਹੈ। ਬੇਟਾ ਅਸੀਂ ਵੈਸੇ ਵੀ ਕਹਿੰਦੇ ਨਾ ਵੀ ਲੋਹਾ ਬਹੁਤ ਮਜ਼ਬੂਤ ਹੈ। ਜੇਕਰ ਸਾਡੇ ਖੂਨ ਵਿੱਚ ਲੋਹਾ ਹੋਏਗਾ ਤੇ ਸਾਨੂੰ ਮਜ਼ਬੂਤੀ ਯਾਨੀ ਕਿ ਸਾਨੂੰ ਸ਼ਕਤੀ ਪ੍ਰਦਾਨ ਕਰੇਗਾ, ਕਮਜ਼ੋਰੀ ਹਟਾਏਗਾ। ਤੇ ਸਾਡੇ ਸਰੀਰ ਵਿੱਚ ਲੋਹੇ ਦੀ ਘਾਟ ਹੋਏਗੀ, ਜਿਹਦੇ ਕਰਕੇ ਸਾਡਾ ਰੰਗ ਹਲਕਾ ਪੀਲਾ ਫਿੱਕਾ ਜਿਹਾ ਹੋ ਜਾਏਗਾ ਤੇ ਭੁੱਖ ਵੀ ਘੱਟ ਲੱਗੇਗੀ ਤੇ ਕਮਜ਼ੋਰੀ ਆਏਗੀ। ਸੋ ਇਸ ਦਾ ਸਹੀ ਆਨਸਰ ਕੀ ਹੈ? ਇਸ ਦਾ ਸਹੀ ਆਨਸਰ ਹੈ ਲੋਹਾ। ਨੈਕਸਟ ਤੁਹਾਡਾ ਕੁਐਸਚਨ ਹੈ ਬੇਟਾ, ਅੱਜ ਮੈਂ ਘਰ ਵਿੱਚ ਗਾਜਰਾਂ ਤੇ ਮੂਲੀ ਦੀ ਸਬਜ਼ੀ ਲੈ ਕੇ ਆਇਆ। ਹਰਦੀਪ ਨੇ ਮੈਨੂੰ ਪੁੱਛਿਆ ਕਿ ਪੌਦੇ ਦਾ ਇਹ ਕਿਹੜਾ ਭਾਗ ਹੈ? ਜਦੋਂ ਅਸੀਂ ਮੂਲੀ ਤੇ ਗਾਜਰ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਹਦੇ ਉੱਪਰ ਥੋੜ੍ਹੇ ਜਿਹੇ ਜਿੱਦਾਂ ਵਾਲ ਜਿਹੇ ਲੱਗੇ ਹੁੰਦੇ ਨੇ, ਜਿਸ ਤਰ੍ਹਾਂ ਕਿ ਕਿਸੇ ਪੌਦੇ ਨੂੰ ਅਸੀਂ ਪੁੱਟੀਏ ਔਰ ਉਸਦੇ ਜੜ੍ਹਾਂ 'ਤੇ ਵਾਲ ਜਿਹੇ ਲੱਗੇ ਹੁੰਦੇ ਨੇ, ਉਸ ਤਰ੍ਹਾਂ ਦੇ ਵਾਲ ਮੂਲੀ ਤੇ ਗਾਜਰ 'ਤੇ ਵੀ ਅਸੀਂ ਦੇਖਦੇ ਹਾਂ। ਸੋ ਇਸ ਦਾ ਸਹੀ ਆਨਸਰ ਕਿਹੜਾ ਆਉਣਾ ਚਾਹੀਦਾ ਹੈ? 4 ਆਪਸ਼ਨ ਦਿੱਤੇ ਨੇ: ਤਣਾ, ਜੜ੍ਹਾਂ, ਪੱਤੇ ਤੇ ਫੁੱਲ। ਤਾਂ ਇਸ ਦਾ ਸਹੀ ਆਪਸ਼ਨ ਕੀ ਆ ਗਿਆ? ਜੜ੍ਹਾਂ। ਮੂਲੀ ਤੇ ਗਾਜਰ ਉਹ ਪੌਦੇ ਦਾ ਜੜ੍ਹਾਂ ਨੇ ਜਿਹੜੀਆਂ ਕਿ ਅਸੀਂ ਖਾਂਦੇ ਹਾਂ, ਯਾਨੀ ਕਿ ਅਸੀਂ ਕੁਝ ਪੌਦਿਆਂ ਦੀਆਂ ਜੜ੍ਹਾਂ ਵੀ ਖਾਂਦੇ ਹਾਂ। ਇਸ ਦਾ ਸਹੀ ਆਪਸ਼ਨ ਆ ਗਿਆ ਫਿਰ ਜੜ੍ਹਾਂ, 2nd ਵਾਲਾ ਆਪਸ਼ਨ। 5th ਤੇ ਲਾਸਟ ਕੁਐਸਚਨ ਹੈ ਸਾਇੰਸ ਦਾ ਬੇਟਾ, ਇੱਕ ਕਮਰੇ ਦੀ ਖਿੜਕੀ ਜਿਸ ਵਿੱਚ ਤੇ ਦਿਨ ਸਮੇਂ ਧੁੱਪ ਜਾਂ ਸੂਰਜ ਦੀ ਰੋਸ਼ਨੀ ਆਉਂਦੀ ਹੈ ਔਰ ਉੱਥੇ ਇੱਕ ਪੌਦੇ ਵਾਲਾ ਗਮਲਾ ਰੱਖਿਆ ਗਿਆ ਹੈ। ਕੁਝ ਦਿਨਾਂ ਤੱਕ ਪੌਦੇ ਨੂੰ ਪਾਣੀ ਦਿੰਦੇ ਰਹੋ। ਕੁਝ ਦਿਨਾਂ ਬਾਅਦ ਪੌਦੇ ਦੀ ਪੱਤੀਆਂ ਦੀ ਦਿਸ਼ਾ ਵਿੱਚ ਆਇਆ ਪਰਿਵਰਤਨ ਸਜੀਵਾਂ ਦੇ ਕਿਸ ਵਿਸ਼ੇਸ਼ ਲੱਛਣ ਨੂੰ ਦਰਸਾਉਂਦਾ ਹੈ? ਬੱਚਿਓ ਅਗਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਤੁਸੀਂ ਆਪੇ ਸੋਚੋ, ਅਗਰ ਤੁਸੀਂ ਇੱਕ ਕਮਰੇ ਵਿੱਚ ਕਮਰਾ ਬੰਦ ਕੀਤਾ ਹੈ, ਖਿੜਕੀ ਤੋਂ ਰੋਸ਼ਨੀ ਆ ਰਹੀ ਹੈ ਔਰ ਉੱਥੇ ਇੱਕ ਗਮਲੇ ਵਾਲਾ ਪੌਦਾ ਰੱਖਿਆ ਹੋਇਆ ਔਰ ਪੌਦਾ ਥੋੜ੍ਹੇ ਦਿਨ ਬਾਅਦ ਸਿੱਧਾ ਉੱਪਰ ਚਲਾ ਜਾਏਗਾ ਜਾਂ ਰੋਸ਼ਨੀ ਵੱਲ ਮੁੜੇਗਾ, ਤੇ ਸਾਰੇ ਹੀ ਕਹਿਣਗੇ ਕਿ ਉਹ ਸੂਰਜ ਦੀ ਰੋਸ਼ਨੀ ਵੱਲ ਉਸਦੇ ਪੱਤੇ ਜਾਂ ਉਸਦੀ ਟਹਿਣੀਆਂ ਮੁੜ ਜਾਣਗੀਆਂ। ਤਾਂ ਇਹ ਜੋ ਸਜੀਵਾਂ ਦਾ ਲੱਛਣ ਹੈ ਉਹ ਕਿਹੜਾ ਲੱਛਣ ਹੈ? ਸਾਹ ਕਿਰਿਆ ਹੈ, ਮਲ ਤਿਆਗ ਹੈ, ਪ੍ਰਜਨਨ ਹੈ ਜਾਂ ਉਤੇਜਨਾ ਵੱਲ ਪ੍ਰਤੀਕਿਰਿਆ ਕਰਨਾ? ਤਾਂ ਇਸ ਦਾ ਸਹੀ ਆਨਸਰ ਹੈ ਉਤੇਜਨਾ ਵੱਲ ਪ੍ਰਤੀਕਿਰਿਆ ਕਰਨਾ। ਬੇਟੇ ਉਤੇਜਨਾ ਇੱਥੇ ਕੀ ਸੀ? ਪੌਦੇ ਨੂੰ ਕੀ ਉਤੇਜਨਾ ਮਿਲੀ? ਸੂਰਜ ਦੀ ਰੋਸ਼ਨੀ। ਔਰ ਸੂਰਜ ਦੀ ਰੋਸ਼ਨੀ ਦਾ ਜਵਾਬ ਪੌਦੇ ਨੇ ਕਿਸ ਤਰ੍ਹਾਂ ਦਿੱਤਾ? ਉਸ ਵੱਲ ਮੁੜ ਕੇ। ਇਹ ਉਸ ਦੀ ਕਿਰਿਆ ਸੀ, ਇਹ ਉਸ ਦੀ ਪ੍ਰਤੀਕਿਰਿਆ ਸੀ। ਉਤੇਜਨਾ ਦੇ ਵੱਲ ਪ੍ਰਤੀਕਿਰਿਆ ਸੀ ਪੌਦੇ ਦੀ ਕਿ ਪੌਦਾ ਸੂਰਜ ਦੀ ਰੋਸ਼ਨੀ ਦੇ ਵੱਲ ਮੁੜ ਗਿਆ। ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਆਨਸਰ ਅੱਛੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਥੈਂਕ ਯੂ ਬੇਟਾ। ਬੱਚਿਓ ਪੈਸ ਦਾ ਜੋ ਟੈਸਟ 24 ਅਗਸਤ 2020 ਨੂੰ ਹੋਇਆ, ਉਹਦੇ ਵਿੱਚ ਮੈਥ ਦੇ 5 ਸਮ ਆਏ ਆ। ਉਹਨਾਂ ਸਮਸ ਨੂੰ ਸਾਡੇ ਸਕੂਲ ਦੇ ਸਰਦਾਰ ਚਰਨਜੀਤ ਸਿੰਘ ਜੀ ਨੇ ਹੱਲ ਕੀਤਾ ਆ। ਤੁਸੀਂ ਧਿਆਨ ਨਾਲ ਦੇਖਣਾ ਵੀ ਕਿਸ ਢੰਗ ਨਾਲ ਉਹ ਹੱਲ ਕੀਤੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਪ੍ਰਸ਼ਨ ਆਉਣੇ ਆ ਉਹ ਇਸੇ ਤਰ੍ਹਾਂ ਦੇ ਆਉਣੇ ਆ ਅਤੇ ਤੁਸੀਂ ਜਿਹੜਾ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਨੀ ਆ। ਤਾਂ ਪਹਿਲਾ ਪ੍ਰਸ਼ਨ ਸੀਗਾ ਬੱਚਿਓ,
ਦਿੱਤੀ ਸੰਖਿਆ ਰੇਖਾ ਤੋਂ ਕਿਹੜਾ ਵਿਅੰਜਕ ਹੱਲ ਕੀਤਾ ਜਾ ਸਕਦਾ ਹੈ? ਤੇ ਇਹ ਸਮ ਤੁਸੀਂ ਆਲਰੇਡੀ ਦੇਖਿਆ ਹੋਇਆ ਹੈ ਤੇ ਹੁਣ ਤੁਸੀਂ ਇਹਦਾ ਸੋਲੂਸ਼ਨ ਦੇਖਣਾ ਹੈ। ਧਿਆਨ ਨਾਲ ਜਰਾ। ਪਹਿਲਾ ਸਵਾਲ ਤੁਹਾਡੇ ਕੋਲ ਹੈ, ਵਿਚ ਐਕਸਪ੍ਰੈਸ਼ਨ ਕੈਨ ਬੀ ਸੋਲਵ ਵਿਦ ਫੋਲੋਇੰਗ ਨੰਬਰ ਲਾਈਨ। ਦਿੱਤੀ ਸੰਖਿਆ ਰੇਖਾ ਤੋਂ ਕਿਹੜਾ ਵਿਅੰਜਕ ਹੱਲ ਕੀਤਾ ਜਾ ਸਕਦਾ ਹੈ? ਇੱਕ ਹੇਠਾਂ ਤੁਹਾਨੂੰ ਸੰਖਿਆ ਰੇਖਾ ਦਿੱਤੀ ਗਈ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾ ਨੰਬਰ, ਸਭ ਤੋਂ ਪਹਿਲੀ ਸੰਖਿਆ 655 ਦਿੱਤੀ ਹੈ, ਦੂਸਰੀ 755, ਫਿਰ ਤੀਸਰੀ 835 ਐਂਡ ਲਾਸਟ ਜਿਹੜਾ ਦਿੱਤਾ ਹੈ ਤੁਹਾਡੇ ਕੋਲ 839। ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੰਖਿਆ ਰੇਖਾ ਦੇ ਸੱਜੇ ਪਾਸੇ ਹੀ ਚੱਲਦਾ ਗਿਆ ਕੋਈ। ਜਦੋਂ ਸੰਖਿਆ ਰੇਖਾ ਦੇ ਸੱਜੇ ਪਾਸੇ ਨੂੰ ਆਪਾਂ ਚੱਲਦੇ ਹਾਂ ਤਾਂ ਇਹ ਸਾਰਿਆਂ ਨੇ ਨੋਟ ਕਰਨਾ ਹੈ ਕਿ ਨੰਬਰ ਇਨਕਰੀਜ਼ ਹੋਣਾ ਹੈ। ਜਦੋਂ ਲੈਫਟ ਸਾਈਡ ਚੱਲਾਂਗੇ ਤਾਂ ਨੰਬਰ ਡਿਕਰੀਜ਼ ਹੁੰਦਾ ਹੈ, ਘਟਦਾ ਹੈ। ਜਦੋਂ ਰਾਈਟ ਹੈਂਡ ਚੱਲਾਂਗੇ ਤਾਂ ਨੰਬਰ ਵੱਧਦਾ ਹੈ। ਇਸ ਦੇ ਵਿੱਚ ਅਸੀਂ ਜੇ ਇਹਨੂੰ ਖੇਡ ਵਿਧੀ ਨਾਲ ਹੱਲ ਕਰਨੇ ਆ ਤਾਂ ਇਸ ਦੇ ਵਿੱਚ ਸਾਨੂੰ ਇੱਕ ਰੇਖਾ ਦਿੱਤੀ ਹੈ ਤਾਂ ਇਹਨੂੰ ਅਸੀਂ ਕਹਿੰਦੇ ਆ ਕਿ ਇੱਕ ਡੱਡੂ ਨੇ ਛੜੱਪਾ ਲਗਾਇਆ। ਪਹਿਲਾਂ ਉਹਨੇ 100 ਪਾਰ ਕੀਤੇ, ਉਹਦੇ ਬਾਅਦ 80, ਉਹਦੇ ਬਾਅਦ 4। ਜੇ ਆਪਾਂ ਦੇਖਦੇ ਹਾਂ ਇਹਨਾਂ ਥੱਲੇ ਆਨਸਰ ਦਿੱਤੇ ਗਏ ਨੇ ਤਾਂ 655 ਨੰਬਰ ਅੰਕ ਜਿਹੜਾ ਹੈ ਉਹ ਸੇਮ ਹੀ ਹੈ। ਤਾਂ ਅਸੀਂ ਦੇਖਣਾ ਇਹਦੇ ਵਿੱਚ ਤੁਹਾਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਮਾਈਨਸ ਵਾਲਾ ਕੋਈ ਵੀ ਨੰਬਰ ਨਹੀਂ ਹੋਣਾ, ਕਿਉਂਕਿ ਸੱਜੇ ਪਾਸੇ ਨੂੰ ਹੀ ਚੱਲਿਆ ਗਿਆ। ਇਹਦੇ ਵਿੱਚ ਪਹਿਲਾ ਅੰਕ 100 ਲਿਖਾਂਗੇ, ਦੂਸਰਾ ਪਲੱਸ ਇਹਦੇ ਵਿੱਚ 80 ਕਰਾਂਗੇ। ਜਦੋਂ 80 ਕਰਾਂਗੇ ਤਾਂ ਇਹਨਾਂ ਦਾ ਜੋੜ ਆ ਜਾਏਗਾ 180, ਸਮ ਕਰਾਂਗੇ ਦੋਨਾਂ ਦਾ। ਫਿਰ ਇੱਕ ਛੜੱਪਾ ਹੋਰ ਲਗਾਇਆ ਗਿਆ 4 ਦਾ, 4 ਫਿਰ ਐਡ ਕਰਾਂਗੇ ਕਿਉਂਕਿ ਸੱਜੇ ਪਾਸੇ ਨੂੰ ਚੱਲੇ। ਜਦੋਂ ਇਹਨਾਂ ਨੂੰ ਐਡ ਕੀਤਾ ਤਾਂ 184 ਆ ਗਿਆ। ਹੁਣ ਅਸੀਂ ਆਨਸਰ ਲੱਭਾਂਗੇ ਸਹੀ। ਪਹਿਲਾ ਹੈਗਾ 655 ਮਾਈਨਸ 148, 655 ਪਲੱਸ 184 ਜਿਹੜਾ ਇਹਦੇ ਨਾਲ ਮੈਚ ਕਰ ਲਿਆ, ਇਸ ਲਈ ਇਹਦਾ ਆਨਸਰ 655 ਪਲੱਸ 184 ਹੋਵੇ। ਇਸ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਇਸ ਦਾ ਉੱਤਰ ਸਰਦਾਰ ਚਰਨਜੀਤ ਸਿੰਘ ਨੇ ਬੜੇ ਵਧੀਆ ਢੰਗ ਨਾਲ 655 ਪਲੱਸ 184 ਸਾਨੂੰ ਸਮਝਾਇਆ ਹੈ। ਦੂਸਰਾ ਕੁਐਸਚਨ ਹੈ ਸਾਡਾ, ਹੇਠ ਦਿੱਤੇ ਗਏ ਪੈਟਰਨ ਵਿੱਚ ਅਗਲਾ ਪਦ ਕੀ ਹੋਵੇਗਾ? ਇਸ ਨੂੰ ਵੀ ਉਹ ਵੀਡੀਓ ਦੇ ਰਾਹੀਂ ਸਮਝਾ ਰਹੇ ਹਨ। ਦੂਜੇ ਸਵਾਲ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ, what will the next step in following pattern? ਇੱਕ ਸੰਖਿਆ ਦਾ ਪੈਟਰਨ ਦਿੱਤਾ ਗਿਆ ਅੰਕਾਂ ਦਾ, ਉਹਦੇ ਵਿੱਚ ਤੁਸੀਂ ਪੈਟਰਨ ਨੂੰ ਸਮਝਣਾ ਹੈ। ਇੱਥੇ ਦੇਖੋ, ਸਭ ਤੋਂ ਪਹਿਲਾਂ 4 ਘਟਾਓ 8, 4 ਮਾਈਨਸ 7, 4 ਮਾਈਨਸ 6, 4 ਮਾਈਨਸ 5, 4 ਮਾਈਨਸ 4। ਜੇ ਤੁਸੀਂ ਖਿਆਲ ਨਾਲ ਦੇਖੋਗੇ ਤਾਂ ਪਹਿਲੇ ਵਾਲਾ ਨੰਬਰ, ਪਹਿਲੇ ਵਾਲਾ ਅੰਕ ਸੇਮ ਹੀ ਰਹਿੰਦਾ ਹੈ, 4 ਰਹਿ ਰਿਹਾ। ਦੂਸਰਾ ਅੰਕ, ਦੂਸਰੇ ਜਿਹੜੇ ਨੰਬਰ ਨੇ ਉਹਨਾਂ ਵਿੱਚ ਪਹਿਲਾ 8, ਫਿਰ 7, ਫਿਰ 6, ਫਿਰ 5, ਫਿਰ 4, ਇੱਕ ਨੰਬਰ ਜਿਹੜਾ ਘਟ ਰਿਹਾ, ਡਿਕਰੀਜ਼ ਹੋ ਰਿਹਾ। ਹੁਣ ਜਦੋਂ ਅਸੀਂ ਇਹਦੇ ਵਿੱਚ ਦੇਖਦੇ ਹਾਂ 4 ਤਾਂ ਸੇਮ ਹੀ ਰਹਿਣਾ ਹੈ, ਜਿਹੜਾ ਆਨਸਰ ਹੋਏਗਾ। ਨੈਕਸਟ ਪੈਟਰਨ ਪੁੱਛਿਆ 4, ਦੇਖੋ ਇਹਦੇ ਵਿੱਚ 4 ਨਹੀਂ, ਇਹ ਵੀ ਗਲਤ ਆਨਸਰ ਹੈ। ਇਹਦੇ ਵਿੱਚ 4 ਨਹੀਂ, ਇਹ ਵੀ ਗਲਤ ਆਨਸਰ ਹੈ। ਇਹਦੇ ਵਿੱਚ 4 ਨਹੀਂ, ਇਹ ਵੀ ਗਲਤ ਆਨਸਰ ਹੈ। ਇਹਦੇ ਵਿੱਚ 4 ਹੈਗਾ, ਪਰ ਇਹ ਵੀ ਤੁਸੀਂ ਸ਼ੋਰ ਕਰ ਲੈਣਾ ਹੈ ਕਿ ਇਹਦੇ ਬਾਅਦ ਘਟਾਓ 3 ਆਣੀ ਹੀ, 4 ਤੋਂ ਬਾਅਦ ਇੱਕ ਅੰਕ ਘਟਣਾ ਹੀ। ਇਸ ਲਈ ਇਹ ਆਨਸਰ ਜਿਹੜਾ ਇਹਦਾ 4 ਘਟਾਓ 3 ਵਾਲਾ ਸਹੀ ਆਨਸਰ ਹੈ। ਇੱਥੇ ਅਸੀਂ ਕਲਿੱਕ ਕਰਾਂਗੇ। ਤਾਂ ਇਸ ਤਰ੍ਹਾਂ ਬੱਚਿਓ ਦੂਸਰੇ ਪ੍ਰਸ਼ਨ ਦਾ ਉੱਤਰ 4 ਮਾਈਨਸ 3 ਇਜ਼ ਇਕੁਅਲ ਟੂ 1। ਠੀਕ ਹੈ, ਇਹ ਸਾਡਾ ਆਨਸਰ ਇਹਦਾ ਦੂਸਰੇ ਪ੍ਰਸ਼ਨ ਦਾ ਆ। ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਹੈ, ਦਿੱਤੀ ਗਈ ਸੰਖਿਆ ਰੇਖਾ ਤੇ ਬਿੰਦੂ A ਹੇਠਾਂ ਲਿਖੀਆਂ ਵਿੱਚੋਂ ਕਿਹੜੀ ਭਿੰਨ ਦਰਸਾ ਰਹੀ ਹੈ? ਇਸ ਸਵਾਲ ਦੇ ਵਿੱਚ ਪੁੱਛਿਆ ਗਿਆ ਕਿ which of the following fraction is represented by point A on the given number line? ਦਿੱਤੀ ਗਈ ਸੰਖਿਆ ਰੇਖਾ ਤੇ ਬਿੰਦੂ A ਹੇਠਾਂ ਲਿਖੀਆਂ ਵਿੱਚੋਂ ਕਿਹੜੀ ਭਿੰਨ ਦਰਸਾ ਰਿਹਾ ਹੈ? ਇਹਦੇ ਵਿੱਚ ਵੀ ਅਸੀਂ ਦੇਖਾਂਗੇ ਕਿ ਸੰਖਿਆ ਰੇਖਾ ਦੇ ਸੱਜੇ ਪਾਸੇ ਹੀ ਚੱਲਿਆ ਗਿਆ, ਇਸ ਲਈ ਇਹ ਤੁਸੀਂ ਦੇਖ ਲੈਣਾ
ਕਿ ਇਹਦੇ ਵਿੱਚ ਵੀ ਅੰਕ ਜਿਹੜੇ ਨੇ ਇਨਕਰੀਜ਼ ਹੋਣਗੇ, ਨਾ ਕਿ ਡਿਕਰੀਜ਼ ਹੋਣਗੇ। ਇਹਦੇ ਵਿੱਚ ਤੁਸੀਂ ਦੇਖਣਾ ਕਿ 0 ਤੋਂ 1 ਦੇ ਵਿਚਕਾਰ ਅੰਕ ਦੇ ਕਿੰਨੇ ਹਿੱਸੇ ਕੀਤੇ ਨੇ, 1 2 ਤੇ 3। ਇਹਦਾ ਮਤਲਬ 3 ਹਿੱਸੇ ਕੀਤੇ ਗਏ ਨੇ। ਪਹਿਲਾ ਨੰਬਰ ਜਿਹੜਾ 1/3, ਦੂਜਾ 2/3। ਜਦੋਂ 3/3 ਆਏਗਾ ਤਾਂ 3/3, 3 ਏਕਮ 3, 3 ਬਣ ਜਾ 3। ਇਹਦਾ ਆਂਸਰ 1 ਬਣ ਜਾਏਗਾ। ਪਰ ਸਾਡੇ ਕੋਲ ਪੁੱਛਿਆ ਗਿਆ ਇਹ ਜਿਹੜਾ ਨੰਬਰ ਹੈ ਕੀ ਰਿਪਰੈਜ਼ੈਂਟ ਕਰਦਾ, ਕਿਹੜੇ ਪੁਆਇੰਟ ਨੂੰ, ਤਾਂ ਇਹ ਜਿਹੜਾ 1/3 ਨੂੰ ਰਿਪਰੈਜ਼ੈਂਟ ਕਰੇਗਾ। ਤਾਂ ਅਸੀਂ ਇੱਥੇ ਕਲਿੱਕ ਕਰਾਂਗੇ, ਇਹਦਾ ਆਂਸਰ ਸਹੀ ਹੋਏਗਾ 1/3। ਇਸ ਤਰ੍ਹਾਂ ਅਸੀਂ ਦੇਖਾਂਗੇ ਕਿ ਇਸ ਦਾ ਆਨਸਰ ਤੀਸਰੇ ਪ੍ਰਸ਼ਨ ਦਾ 1/3 ਆਏਗਾ। ਅੱਗੇ ਚੌਥਾ ਪ੍ਰਸ਼ਨ ਹੈ ਸਾਡਾ, ਸਥਾਨਕ ਸਟੇਡੀਅਮ ਦੀਆਂ 2 ਲਾਈਟਾਂ ਝਪਕਦੀਆਂ ਹਨ। ਇੱਕ ਲਾਈਟ ਹਰ 7 ਸੈਕਿੰਡ ਵਿੱਚ ਝਪਕਦੀ ਹੈ ਤੇ ਦੂਜੀ ਲਾਈਟ ਹਰ 8 ਸੈਕਿੰਡ ਵਿੱਚ ਝਪਕਦੀ ਹੈ। ਕਿੰਨੇ ਸੈਕਿੰਡ ਬਾਅਦ ਦੋਨੋਂ ਲਾਈਟਾਂ ਇਕੱਠੀਆਂ ਝਪਕਣਗੀਆਂ? ਚੌਥਾ ਸਵਾਲ ਜਿਹੜਾ ਪੁੱਛਿਆ ਗਿਆ ਤੁਹਾਨੂੰ ਕਿ 2 lights at the local stadium are flickering। flickering ਦਾ ਮਤਲਬ ਝਪਕ ਰਹੀਆਂ ਨੇ। 2 ਲਾਈਟਾਂ ਜਿਹੜੀਆਂ ਸਟੇਡੀਅਮ ਦੀਆਂ, ਸਥਾਨਕ ਸਟੇਡੀਅਮ ਦੀਆਂ ਝਪਕ ਰਹੀਆਂ ਨੇ। ਇੱਕ ਲਾਈਟ, one of the light flickers at every 7 seconds and the other flickers at every 8 seconds। ਇੱਕ ਜਿਹੜੀ ਲਾਈਟ ਹੈ 7 ਸੈਕਿੰਡ ਬਾਅਦ ਝਪਕਦੀ ਹੈ, ਦੂਜੀ 8 ਸੈਕਿੰਡ ਬਾਅਦ। ਇਹਦੇ ਵਿੱਚ ਜਿਹੜਾ ਆਨਸਰ ਪੁੱਛਿਆ ਗਿਆ ਹੈ, ਆਫਟਰ ਹਾਊ ਮੈਨੀ ਸੈਕਿੰਡ both light flickers at the same time। ਦੋਵੇਂ ਲਾਈਟਾਂ ਕਿੰਨੇ ਸੈਕਿੰਡ ਬਾਅਦ ਇਕੱਠੀਆਂ ਜਿਹੜੀਆਂ ਝਪਕਣਗੀਆਂ। ਇਹਦੇ ਵਿੱਚ ਅਸੀਂ ਦੇਖਣਾ ਇੱਕ 7 ਸੈਕਿੰਡ ਦਿੱਤਾ, ਇੱਕ 8। ਇਸ ਨੂੰ ਹੱਲ ਅਸੀਂ ਕਰਾਂਗੇ 7 ਤੇ 8 ਦਾ ਐਲਸੀਐਮ ਕਰਾਂਗੇ। ਜਦੋਂ 7 ਤੇ 8 ਦਾ ਐਲਸੀਐਮ ਕਰਾਂਗੇ ਤਾਂ ਇਹਨਾਂ ਦੇ ਵਿੱਚ ਕੋਈ ਵੀ ਸਾਂਝਾ ਅੰਕ ਨਹੀਂ ਹੈ, ਸਾਂਝਾ ਨੰਬਰ ਨਹੀਂ ਹੈ, ਮਲਟੀਪਲ ਨਹੀਂ। ਤਾਂ ਅਸੀਂ ਇਹਨਾਂ ਦੋਨਾਂ ਦੀ ਕੀ ਕਰਾਂਗੇ, ਗੁਣਾ, ਐਲਸੀਐਮ ਕਰਾਂਗੇ। 7 7 8 56, 7 8 ਦਾ 56। ਜਿਹਦਾ ਆਨਸਰ ਜਿਹੜਾ ਸਹੀ ਹੋਏਗਾ 56 ਹੋਏਗਾ। ਇਸ ਨੂੰ ਅਸੀਂ ਇਸ ਤਰ੍ਹਾਂ ਵੀ ਹੱਲ ਕਰਾਂਗੇ ਕਿ ਪਹਿਲੀ ਲਾਈਟ ਜਿਹੜੀ ਹੈ 7 ਸੈਕਿੰਡ ਬਾਅਦ ਝਪਕੇਗੀ, ਦੂਜੀ 14 ਸੈਕਿੰਡ ਬਾਅਦ। ਉਹ ਪਹਿਲੀ ਲਾਈਟ 7 ਸੈਕਿੰਡ ਬਾਅਦ ਝਪਕੀ, ਫਿਰ ਕਿੰਨੇ ਸੈਕਿੰਡ ਬਾਅਦ ਝਪਕੀ, 14 ਸੈਕਿੰਡ। 7 ਦਾ ਟੇਬਲ ਲਿਖ ਲਾਂਗੇ। ਫਿਰ 21 ਸੈਕਿੰਡ ਬਾਅਦ, ਫਿਰ 28 ਸੈਕਿੰਡ ਬਾਅਦ, ਫਿਰ 35, ਫਿਰ 42 ਸੈਕਿੰਡ ਬਾਅਦ। ਫਿਰ ਅਸਲੀ ਲਾਈਟ ਜਿਹੜੀ ਹਰ 8 ਸੈਕਿੰਡ ਬਾਅਦ ਝਪਕਦੀ ਹੈ, ਉਹਦਾ 8 ਦਾ ਟੇਬਲ ਲਿਖ ਕੇ ਦੇਖ ਲਾਂਗੇ। ਇਹ ਛੋਟੇ ਅੰਕਾਂ ਦੇ ਵਿੱਚ ਸਹੀ ਹੈ, ਪਰ ਜਦੋਂ ਵੱਡੇ ਅੰਕ ਹੋਣ, ਵੱਡੇ ਨੰਬਰ ਹੋਣ, ਤਾਂ ਉਹਨਾਂ ਦੇ ਵਿੱਚ ਤੁਸੀਂ ਸਿੱਧਾ ਐਲਸੀਐਮ ਹੀ ਲੈਣਾ। ਦੂਸਰੀ ਲਾਈਟ 8, ਫਿਰ 16, 24, 32, 40, 48 ਐਂਡ 56 ਸੈਕਿੰਡ ਬਾਅਦ ਜਿਹੜੀਆਂ ਫਲਿੱਕਰ ਕਰਨਗੀਆਂ, ਝਪਕੇਗੀ। ਜਦੋਂ ਅਸੀਂ ਦੇਖਦੇ ਹਾਂ ਇਹਨਾਂ ਦੇ ਵਿੱਚ ਤਾਂ ਇਹਨਾਂ ਦਾ ਸਾਂਝਾ ਜਿਹੜਾ ਹੈ ਨੰਬਰ ਹੈ 56 ਹੈ। ਤਾਂ ਸਹੀ ਆਨਸਰ ਹੋਏਗਾ 56 ਸੈਕਿੰਡ। ਤਾਂ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਚੌਥੇ ਪ੍ਰਸ਼ਨ ਦਾ ਉੱਤਰ ਹੈਗਾ 56 ਸੈਕਿੰਡ। ਅੱਗੇ ਲਾਸਟ ਕੁਐਸਚਨ ਸਾਡਾ ਆ ਗਿਆ, ਭਾਰਤ ਦਾ ਵਿਸਤਾਰ ਉੱਤਰ ਤੋਂ ਦੱਖਣ ਵੱਲ 3214 ਕਿਲੋਮੀਟਰ ਹੈ, ਪੂਰਬ ਤੋਂ ਪੱਛਮ ਵੱਲ 2933 ਕਿਲੋਮੀਟਰ ਹੈ। ਉੱਤਰ ਦੱਖਣ ਦੀ ਦੂਰੀ ਪੂਰਬ ਪੱਛਮ ਤੋਂ ਕਿੰਨੀ ਜ਼ਿਆਦਾ ਹੈ? ਲਾਸਟ ਕੁਐਸਚਨ ਤੁਹਾਨੂੰ ਪੁੱਛਿਆ ਗਿਆ ਕਿ ਇੰਡੀਆ ਮਈਅਰ 3240 ਕਿਲੋਮੀਟਰ ਫਰਾਮ ਨਾਰਥ ਟੂ ਸਾਊਥ। ਜਿਹੜਾ ਭਾਰਤ ਦਾ ਵਿਸਤਾਰ ਉੱਤਰ ਤੋਂ ਦੱਖਣ ਵਾਲੇ 3214 ਕਿਲੋਮੀਟਰ ਦਾ ਹੈ। ਨਾਰਥ ਟੂ ਸਾਊਥ ਜਿਹੜਾ 3214 ਕਿਲੋਮੀਟਰ ਹੈ ਐਂਡ 2933 ਕਿਲੋਮੀਟਰ ਫਰਾਮ ਈਸਟ ਟੂ ਵੈਸਟ। ਜਿਹੜਾ ਉਹਨਾਂ ਦਾ ਪੂਰਬ ਤੋਂ ਪੱਛਮ ਵੱਲ ਜਿਹੜਾ ਦੂਰੀ ਹੈ ਉਹ ਹੈਗੀ 2933 ਕਿਲੋਮੀਟਰ। ਇਹਦੇ ਵਿੱਚ ਸਵਾਲ ਜਿਹੜਾ ਸਾਨੂੰ ਪੁੱਛਿਆ ਗਿਆ ਹੈ ਉਹਦੇ ਵਿੱਚ ਹਾਊ ਮਚ ਇੰਡੀਆਜ਼ ਨਾਰਥ ਸਾਊਥ ਡਿਸਟੈਂਸ ਗ੍ਰੇਟਰ ਦੈਨ ਇਟਸ ਈਸਟ ਵੈਸਟ ਡਿਸਟੈਂਸ। ਇਹਦੇ ਵਿੱਚ ਇਹ ਪੁੱਛਿਆ ਗਿਆ ਕਿ ਉੱਤਰ ਦੱਖਣ ਦੀ ਦੂਰੀ ਪੂਰਬ ਪੱਛਮ ਤੋਂ ਕਿੰਨੀ ਜ਼ਿਆਦਾ ਹੈ। 2 ਨੰਬਰ ਦਿੱਤੇ ਨੇ ਤੁਹਾਡੇ ਕੋਲ, ਇੱਕ 3214, ਦੂਜਾ ਨੰਬਰ ਦਿੱਤਾ ਹੈ 2933 ਕਿਲੋਮੀਟਰ।
ਇਹਦੇ ਵਿੱਚ ਅਸੀਂ ਦੋਨਾਂ ਅੰਕਾਂ ਦੀ ਕੀ ਕਰਾਂਗੇ, ਘਟਾਓ ਕਰ ਲਾਂਗੇ। 3214 ਚੋਂ 2933 ਘਟਾ ਲਾਂਗੇ। ਜਦੋਂ ਘਟਾਓ ਕਰਾਂਗੇ 4 ਦੇ ਵਿੱਚੋਂ 3 ਘਟਾਵਾਂਗੇ ਤਾਂ ਉਹਦਾ ਆਨਸਰ ਹੋਏਗਾ, ਆ ਜਾਏਗਾ, ਇੱਥੇ ਆ ਜਾਏਗਾ 1। ਇੱਥੇ ਦੇਖਾਂਗੇ ਉੱਪਰ 1 ਹੈ, ਥੱਲੇ 3 ਹੈ, ਇਸ ਲਈ ਇੱਥੇ ਹਾਸਲ ਲਏਗਾ 11 ਬਣ ਜਾਣਗੇ। 11 ਚੋਂ ਅਸੀਂ 3 ਜਦੋਂ ਘਟਾਵਾਂਗੇ ਤਾਂ ਕਿੰਨਾ ਆ ਜਾਏਗਾ, 8। ਇਹਨੇ ਇੱਕ ਹਾਸਲ ਜਿਹੜਾ ਇੱਥੇ ਦਿੱਤਾ ਹੈ, ਇਸ ਲਈ ਇੱਥੇ 1 ਰਹਿ ਜਾਏਗਾ। 1 ਹੇਠਾਂ ਨੰਬਰ ਕਿੰਨਾ, 9, ਇਸ ਲਈ ਇਹਨੇ ਫਿਰ ਇਸ ਕੋਲੋਂ ਹਾਸਲ ਲਿਆ, ਕੈਰੀ ਕੀਤਾ, ਤਾਂ ਇੱਥੇ ਕਿੰਨੇ ਰਹਿ ਗਏ, 2 ਰਹਿ ਜਾਣਗੇ। ਇੱਥੇ 11 ਬਣ ਜਾਣਗੇ। 11 ਚੋਂ ਅਸੀਂ 9 ਜਿਹੜਾ ਘਟਾਵਾਂਗੇ ਤਾਂ 2 ਰਹਿ ਜਾਏਗਾ। ਆਨਸਰ ਸਹੀ ਆ ਜਾਏਗਾ 281 ਕਿਲੋਮੀਟਰ। ਇੱਥੇ ਤੁਸੀਂ ਕੀ ਕਰਨਾ, ਕਲਿੱਕ ਕਰ ਲੈਣਾ, ਤਾਂ ਇਹ ਤੁਹਾਡਾ ਜਿਹੜਾ 281 ਕਿਲੋਮੀਟਰ ਸਹੀ ਆਨਸਰ ਹੈ। ਤਾਂ ਮੈਨੂੰ ਆਸ ਹੈ ਕਿ ਸਾਰੇ ਬੱਚਿਆਂ ਨੂੰ ਇਸ ਸਵਾਲਾਂ ਦੀ ਸਮਝ ਲੱਗ ਗਈ ਹੋਵੇਗੀ। ਇਹ ਬਹੁਤ ਵਧੀਆ ਉਪਰਾਲਾ ਸਰਕਾਰ ਦਾ। ਸਾਰੇ ਬੱਚੇ ਜਿਹੜੇ ਨੇ ਯਕੀਨੀ ਬਣਾਉਣ ਕਿ ਇਸ ਟੈਸਟ ਨੂੰ ਕੰਪਲੀਟ ਕਰਨ। ਧੰਨਵਾਦ। ਤਾਂ ਬੱਚੋ, ਪੰਜਵਾਂ ਤੇ ਲਾਸਟ ਕੁਐਸਚਨ ਸੀ, ਇਹਦਾ ਆਨਸਰ ਹੈਗਾ 281 ਕਿਲੋਮੀਟਰ। ਤਾਂ ਇਸ ਤਰ੍ਹਾਂ ਤੁਸੀਂ ਦੇਖਿਆ ਮੈਥ ਦੇ ਸਮ ਬੜੇ ਵਧੀਆ ਢੰਗ ਨਾਲ ਚਰਨਜੀਤ ਸਿੰਘ ਨੇ ਤੁਹਾਨੂੰ ਸਮਝਾਏ ਨੇ। ਆਸ ਹੈ ਵੀ ਤੁਹਾਨੂੰ ਸਮਝ ਲੱਗ ਗਿਆ ਹੋਣਗੇ। ਅੱਗੇ ਵਾਸਤੇ ਵੀ ਤੁਸੀਂ ਇੱਦਾਂ ਹੀ ਤਿਆਰੀ ਕਰਨੀ। ਧੰਨਵਾਦ। ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਆਪਣਾ ਪੈਸ ਦਾ ਟੈਸਟ, ਜਿਹਦਾ ਮਤਲਬ ਪੈਸ ਦਾ ਮਤਲਬ ਹੈ, ਪੀ ਦਾ ਮਤਲਬ ਪੰਜਾਬ, ਏ ਦਾ ਮਤਲਬ ਅਚੀਵਮੈਂਟ, ਐਸ ਦਾ ਮਤਲਬ ਸਰਵੇ। ਟੈਸਟ ਆਪਣਾ ਹੋਇਆ ਸੀ 24/8/2020 ਨੂੰ। ਅੱਜ ਆਪਾਂ ਉਹਦੀ ਦੁਹਰਾਈ ਕਰਨ ਜਾ ਰਹੇ ਹਾਂ। ਆਪਣੇ ਪੰਜਾਬੀ ਦੀ ਟੈਸਟ ਵਿੱਚ ਆਇਆ ਸੀਗਾ ਬੇਟਾ ਇੱਕ ਪੈਰਾ, ਆਪਾਂ ਨੂੰ ਆਇਆ ਸੀਗਾ ਕਿ ਜਿਹਦੇ ਵਿੱਚੋਂ ਪੈਰਾ ਪੜ੍ਹ ਕੇ ਆਪਾਂ ਪ੍ਰਸ਼ਨਾਂ ਦੇ ਸਹੀ ਉੱਤਰ ਦੇਣੇ ਸੀ। ਪੈਰਾ ਸੀ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗੀ ਹਾਂ। ਤੁਸੀਂ ਵੀ ਪੜ੍ਹਨਾ ਪੈਰਾ ਦੁਬਾਰਾ ਤੇ ਸੋਚ ਕੇ ਸਮਝ ਕੇ ਆਪਣੀ ਸਮਝਣ ਸ਼ਕਤੀ ਤੋਂ ਜਿਹੜਾ ਇਹਦੇ ਉੱਤਰ ਦੇਣੇ ਆ। ਇੱਕ ਬੁੱਧੀਮਾਨ ਆਦਮੀ ਆਪਣੇ ਘੋੜੇ ਤੇ ਸਵਾਰ ਕਿਤੇ ਜਾ ਰਿਹਾ ਸੀ। ਰਾਹ ਵਿੱਚ ਉਸਨੇ ਇੱਕ ਹਰਿਆ ਭਰਿਆ ਬਾਗ ਦੇਖਿਆ। ਉਸ ਥਾਂ ਕੁਝ ਚਿਰ ਆਰਾਮ ਕਰਨ ਦੀ ਸੋਚ ਕੇ ਉਸਨੇ ਆਪਣੇ ਘੋੜੇ ਨੂੰ ਉਸ ਹਰੇ ਭਰੇ ਬਾਗ ਵੱਲ ਮੋੜ ਲਿਆ। ਉਸ ਥਾਂ ਤੇ ਪੁੱਜ ਕੇ ਉਹ ਆਪਣੇ ਘੋੜੇ ਤੋਂ ਉਤਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਬਾਗ ਦਾ ਰਖਵਾਲਾ ਸੇਬ ਦੇ ਇੱਕ ਦਰਖਤ ਦੇ ਥੱਲੇ ਮੂੰਹ ਅੱਡੀ ਸੌ ਰਿਹਾ ਹੈ। ਇਹ ਦੇਖ ਕੇ ਉਸ ਨੂੰ ਹਾਸਾ ਆ ਗਿਆ। ਉਸਨੇ ਰਖਵਾਲੇ ਨੂੰ ਜਗਾਉਣਾ ਠੀਕ ਨਹੀਂ ਸਮਝਿਆ। ਉਹ ਸੁੱਤੇ ਹੋਏ ਨੂੰ ਦੇਖ ਹੀ ਰਿਹਾ ਸੀ ਕਿ ਇੱਕਦਮ ਦਰਖਤ ਦੇ ਉੱਪਰੋਂ ਇੱਕ ਬਿੱਛੂ ਉਸ ਰਖਵਾਲੇ ਦੇ ਮੂੰਹ ਵਿੱਚ ਜਾ ਡਿੱਗਿਆ, ਜੋ ਮੂੰਹ ਅੱਡੀ ਦਰਖਤ ਦੇ ਹੇਠਾਂ ਸੌ ਰਿਹਾ ਸੀ। ਰਖਵਾਲਾ ਇੰਨਾ ਥੱਕਿਆ ਹੋਇਆ ਸੀ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੋਇਆ। ਉਸਨੇ ਸੁੱਤੇ ਪਏ ਨੇ ਆਪਣਾ ਮੂੰਹ ਬੰਦ ਕਰ ਲਿਆ ਅਤੇ ਮੂੰਹ ਵਿੱਚ ਡਿੱਗੀ ਚੀਜ਼ ਨੂੰ ਨਿਗਲ ਗਿਆ। ਅੱਛਾ ਬੱਚਿਓ, ਆਪਾਂ ਪੈਰਾ ਪੜ੍ਹ ਚੁੱਕੇ ਹਾਂ ਪੂਰੇ ਦਾ ਪੂਰਾ। ਹੁਣ ਆਪਾਂ ਆਪਣੀ ਸਮਝਣ ਸ਼ਕਤੀ ਦੇ ਨਾਲ, ਆਪਣੀ ਸੋਚ ਦੇ ਨਾਲ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ। ਹਾਂਜੀ ਬੱਚੇ, ਆਪਣਾ ਪਹਿਲਾ ਪ੍ਰਸ਼ਨ ਹੈ, ਆਦਮੀ ਕਿਸ ਤੇ ਸਵਾਰ ਹੋ ਕੇ ਜਾ ਰਿਹਾ ਸੀ? ਹਾਂਜੀ ਬੇਟਾ, ਪਹਿਲਾਂ ਤੁਸੀਂ ਸੋਚੋ, ਕਿਸ ਤੇ ਸਵਾਰ ਹੋ ਕੇ ਜਾ ਰਿਹਾ ਸੀਗਾ? ਕਾਰ ਤੇ ਜਾ ਰਿਹਾ ਸੀ, ਹਾਥੀ ਤੇ ਜਾ ਰਿਹਾ ਸੀ, ਘੋੜੇ ਤੇ ਜਾ ਰਿਹਾ ਸੀ ਜਾਂ ਗਧੇ ਤੇ? ਅੱਛਾ ਜੀ, ਇਹ ਤਾਂ ਮੈਂ ਜਵਾਬ ਦਿੰਨੀ ਆ। ਕਾਹਦੇ ਤੇ ਜਾ ਰਿਹਾ ਸੀ? ਘੋੜੇ ਤੇ। ਠੀਕ ਹੈ ਨਾ। ਆਪਣਾ ਦੂਜਾ ਪ੍ਰਸ਼ਨ ਆ, ਉਸਨੇ ਆਪਣੇ ਘੋੜੇ ਨੂੰ ਕਿੱਧਰ ਮੋੜ ਲਿਆ? ਹਾਂਜੀ, ਸੜਕ ਵੱਲ ਬੱਚੇ ਮੋੜਿਆ ਸੀ, ਬਾਗ ਵੱਲ ਮੋੜਿਆ ਸੀ, ਘਰ ਵੱਲ ਜਾਂ ਮੰਦਰ ਵੱਲ? ਕਿੱਧਰ ਮੋੜਿਆ ਸੀਗਾ? ਸਹੀ ਜਵਾਬ ਇਹਦਾ ਕੀ ਹੈ? ਬਾਗ ਵੱਲ। ਅਗਲਾ ਸਾਡਾ ਪ੍ਰਸ਼ਨ ਆ, ਤੀਜਾ ਪ੍ਰਸ਼ਨ ਆ, ਬਾਗ ਦਾ ਰਖਵਾਲਾ ਕਿੱਥੇ ਸੌ ਰਿਹਾ ਸੀ? ਹਾਂਜੀ, ਦਰਖਤ ਹੇਠ, ਮੰਜੇ ਉੱਪਰ, ਘਰ ਵਿੱਚ ਜਾਂ ਸੜਕ ਉੱਪਰ? ਤੁਹਾਨੂੰ ਪਤਾ ਹੋਣਾ ਚਾਹੀਦਾ ਬੇਟਾ, ਕਿਉਂਕਿ ਤੁਸੀਂ ਪੈਰਾ ਪੂਰਾ ਪੜ੍ਹ ਚੁੱਕੇ ਹੋ ਤੇ ਆਪਣੀ ਸਮਝਣ ਸ਼ਕਤੀ ਦੇ ਨਾਲ ਦੇਖਣਾ ਆ ਕਿ ਉਹ ਕਿੱਥੇ ਸੌ ਰਿਹਾ ਸੀ। ਇਹਦਾ ਸਹੀ ਜਵਾਬ ਕੀ ਆਏਗਾ? ਦਰਖਤ ਹੇਠ। ਕੀ ਹੈਗਾ ਆ ਜੀ? ਕੀ ਜਵਾਬ ਆ ਇਹਦਾ? ਦਰਖਤ ਹੇਠ। ਰਖਵਾਲਾ ਜਿਹੜਾ ਸੀ ਬਾਗ ਦਾ, ਰਖਵਾਲਾ ਕੌਣ ਹੁੰਦਾ ਬੱਚੇ? ਜਿਹੜੇ ਬਾਗ ਦੀ ਰੱਖਿਆ ਕਰਦਾ, ਪੰਛੀਆਂ ਤੋਂ, ਪਸ਼ੂਆਂ ਤੋਂ,
ਜਾਂ ਕੋਈ ਜਿਹੜਾ ਬੱਚੇ ਆ ਉਹ ਬਾਗ ਨੂੰ ਖਰਾਬ ਨਾ ਕਰਨ, ਠੀਕ ਹੈ, ਉਹਨੂੰ ਕੀ ਬੋਲਿਆ ਜਾਂਦਾ ਆ? ਰਖਵਾਲਾ। ਕਿੱਥੇ ਸੋ ਰਿਹਾ ਸੀਗਾ? ਦਰਖਤ ਹੇਠ। ਅਗਲਾ ਪ੍ਰਸ਼ਨ ਆ ਸਾਡਾ ਚੌਥਾ, ਦਰਖਤ ਦੇ ਉੱਪਰੋਂ ਕੀ ਡਿੱਗਿਆ? ਬੇਟਾ ਤੁਹਾਨੂੰ ਪਤਾ ਹੀ ਆ ਕਿ ਜਦੋਂ ਮਤਲਬ ਕਿ ਦਰਖਤ ਦੇ ਉੱਪਰੋਂ ਕਈ ਕੀੜੇ ਮਕੌੜੇ ਡਿੱਗਦੇ ਆ, ਠੀਕ ਹੈ ਨਾ, ਤੇ ਜਦੋਂ ਉਹ ਆਪਾਂ ਪਹਿਰੇ 'ਚ ਪੜਿਆ ਕਿ ਜਦੋਂ ਰਖਵਾਲਾ ਸੌ ਰਿਹਾ ਸੀ ਤੇ ਉਹ ਦਰਖਤ ਦੇ ਹੇਠਾਂ ਸੌ ਰਿਹਾ ਸੀ ਨਾ, ਤੇ ਉਦੋਂ ਦਰਖਤ ਦੇ ਉੱਪਰੋਂ ਕੀ ਡਿੱਗਦਾ ਆ? ਸੇਬ ਡਿੱਗਦਾ ਆ, ਅੰਬ, ਬਿੱਛੂ ਜਾਂ ਪਪੀਤਾ? ਕਿਹੜਾ ਡਿੱਗਾ ਸੀਗਾ? ਕੀ ਡਿੱਗਾ ਸੀਗਾ ਦੱਸੋ? ਹਾਂਜੀ, ਬਿੱਛੂ। ਕੀ ਡਿੱਗਾ ਸੀਗਾ? ਬਿੱਛੂ ਡਿੱਗਿਆ ਸੀਗਾ, ਜਿਹਨੂੰ ਦੇਖ ਕੇ ਜਿਹੜਾ ਆ ਆਦਮੀ ਜਿਹੜਾ ਹੱਸ ਰਿਹਾ ਸੀ ਕਿ ਇਹਦੇ ਮੂੰਹ 'ਚ ਕੀ ਡਿੱਗਾ ਆ? ਬਿੱਛੂ। ਅਗਲਾ ਪ੍ਰਸ਼ਨ ਆ ਸਾਡਾ, ਰਖਵਾਲੇ ਨੇ ਮੂੰਹ ਵਿੱਚ ਡਿੱਗੀ ਚੀਜ਼ ਦਾ ਕੀ ਕੀਤਾ? ਆਪਾਂ ਪੁੱਤਰ ਪੜਿਆ ਆ ਕਿ ਜਦੋਂ ਰਖਵਾਲਾ ਸੌ ਰਿਹਾ ਸੀ ਕਿ ਉਹਨੂੰ ਇੰਨੀ ਗਹਿਰੀ ਨੀਂਦ ਆਈ ਸੀ ਕਿ ਉਹਨੂੰ ਕੁਝ ਵੀ ਨਹੀਂ ਸੀ ਪਤਾ ਕਿ ਮੈਂ ਕੀ ਕਰ ਰਿਹਾ, ਠੀਕ ਆ, ਕਿ ਉਹਦੇ ਮੂੰਹ 'ਚ ਜਦੋਂ ਬਿੱਛੂ ਡਿੱਗਾ ਤੇ ਉਹਨੇ ਕੀ ਕੀਤਾ ਸੀ ਉਸ ਬਿੱਛੂ ਦਾ? ਹਾਂਜੀ, ਕੋਈ ਤੁਹਾਨੂੰ ਪਤਾ ਹੈ ਕੀ ਕੀਤਾ ਸੀਗਾ? ਹਾਂਜੀ, ਆਪਾਂ ਨੂੰ 4 ਆਪਸ਼ਨਸ ਦਿੱਤੀਆਂ, ਥੁੱਕ ਦਿੱਤਾ ਸੀ, ਚਬਾ ਦਿੱਤਾ ਸੀ, ਉਲਟੀ ਕਰ ਦਿੱਤੀ ਸੀ ਕਿ ਨਿਗਲ ਲਿਆ ਸੀ। ਕੀ ਸੀਗਾ ਜੀ ਪੈਰੇ ਵਿੱਚ? ਆਨਸਰ ਦਿੱਤਾ ਹੈ, ਕਿਹਦਾ ਉੱਤਰ ਸੀ? ਹਾਂਜੀ ਬੋਲੋ। ਨਿਗਲ ਲਿਆ ਸੀ। ਕੀ ਕਰ ਲਿਆ ਸੀ ਉਹਨੇ? ਰਖਵਾਲੇ ਨੇ ਮੂੰਹ ਵਿੱਚ ਡਿੱਗੀ ਚੀਜ਼ ਦਾ ਕੀ ਕੀਤਾ ਸੀ? ਨਿਗਲ ਲਿਆ ਸੀ। ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਜਿਹੜੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਆ ਸਮਝ ਆ ਗਏ ਹੋਣਗੇ। ਅਗਲੀ ਨੈਕਸਟ ਟਾਈਮ ਵੀ ਜਦੋਂ ਵੀ ਤੁਹਾਨੂੰ ਪੇਪਰ ਆਏਗਾ, ਤੁਸੀਂ ਪੈਰਾਂ ਚੰਗੀ ਤਰ੍ਹਾਂ ਬੇਟਾ ਪੜ੍ਹ ਕੇ ਆਪਣੀ ਸਮਝਣ ਸ਼ਕਤੀ ਨਾਲ, ਸੋਚ ਦੇ ਨਾਲ ਜਿਹੜਾ ਪੈਰਾ ਕਰਨਾ, ਤਾਂ ਜੋ ਕੋਈ ਵੀ ਤੁਹਾਡਾ ਉੱਤਰ ਗਲਤ ਨਾ ਹੋਵੇ। ਧੰਨਵਾਦ। प्यारे बच्चों, पंजाब अचीवमेंट सर्वे 2020 का जो टेस्ट 24 अगस्त को आया था, उसमें जो हिंदी का टेस्ट आया था, हम आपसे उसके बारे में चर्चा करने लगे हैं। उसमें एक पाठ में से कुछ पंक्तियों को आपके लिए दिया गया था ताकि आप उनको पढ़ें और उनमें से कुछ प्रश्नों का उत्तर दें। तो वो लाइनें क्या थी? कपिल मुनि को गुस्सा आ गया, वह बोले, सोच लो, तुम्हें धन चाहिए और मैं तुम्हें धन देना चाहता हूँ, परंतु जब तू कुछ देगा तभी तो बदले में तुझे धन मिलेगा। यदि तू अपना मुख मुझे दे दो, मैं तुझे 10 लाख रुपए दे सकता हूँ। राहुल कपिल मुनि की बात सुनकर हैरान रह गया। वह बोला, हे मुनिराज, यदि मैं अपना मुख आपको दे दूंगा तो मैं कैसे खाऊंगा, कैसे पीऊंगा, खाए पिए बिना जीवित कैसे रहूंगा, ना किसी से बात कर सकूंगा। आप बताएं, फिर धनवान बनने का क्या लाभ है? अब तो कपिल मुनि तंग आ गए। वह बोले, तुम देना तो कुछ भी नहीं चाहते, बिना कुछ दिए ही धन प्राप्त करना चाहते हो। क्या कभी ऐसा हो सकता है? मैं जो तुमसे लेना चाहता हूँ उसमें से तुम कुछ भी नहीं दे सकते। अच्छा, तुम ही बताओ कि तुम क्या दे सकते हो। राहुल ने बहुत सोचा, पर उसकी समझ में कुछ नहीं आया कि वह अपने शरीर का कौन सा अंग देकर लाखों रुपए प्राप्त कर ले। वह कुछ नहीं बोला तो कपिल मुनि ने फिर पूछा, तुम केवल अपनी जीभ मुझे दे सकते हो। राहुल, नहीं मुनिराज, नहीं। कपिल मुनिराज मुस्कुरा पड़े और बोले, अरे मूर्ख, तू तो कहता था कि तेरे पास एक पैसा भी नहीं है। भगवान ने तुझे एक अंग लाखों रुपए का दे रखा है। स्वस्थ शरीर ही सबसे बड़ा धन है। इससे मेहनत कर और कमा कर खा, इससे ही तुम्हें जीवन भर का सुख मिलेगा। राहुल सब कुछ समझ गया और उसने मेहनत करनी शुरू कर दी। देखते देखते ही वह अमीर बन गया। तो ये कुछ पंक्तियाँ सी, उस पर आधारित कुछ प्रश्न आपको दिए गए थे। तो जो आपने टेस्ट दिया है उसमें से आपने क्या उत्तर दिए हैं, आप देखिए क्या आपके उत्तर सही हैं कि गलत है। पहला प्रश्न है, कपिल मुनि ने राहुल से सबसे अंत में क्या मांगा? अंत मतलब आखिर में क्या मांगा? सबसे पहले उसने क्या मांगा था?
मुख मांगा था, ठीक है। उसके बाद उसने क्या मांगा, जीभ मांगी थी, ठीक है। तो इनमें से आप देखो क्या उत्तर आपका जीभ है, हाँ उसकी जीभ, ठीक है। तो बच्चों उसकी जीभ उत्तर सही है। दूसरा प्रश्न है, कपिल मुनि राहुल से तंग क्यों आ गए? क्योंकि वह निर्धन था। निर्धन मतलब गरीब, ठीक है, वो गरीब था, लेकिन इससे वो तंग नहीं आए थे क्योंकि राहुल कपिल मुनि से बुरा व्यवहार कर रहा था, क्योंकि राहुल बेईमान था, क्योंकि राहुल धन प्राप्त करना चाहता था मगर बदले में कुछ भी देने को तैयार नहीं था। तो जो आखिरी आपका जो ऑप्शन है वो बच्चों सही है, क्योंकि राहुल धन प्राप्त करना चाहता था मगर बदले में कुछ नहीं देना चाहता था, इसलिए कपिल मुनि राहुल से तंग आ गए थे। मुनिराज शब्द का क्या अर्थ है? बच्चों मुनि और राज दो शब्दों को मिलाकर बना है। क्या अर्थ हो सकता है? एक नाम, मुनियों का राजा, राजाओं का मुनि, मुनियों का राज्य, ठीक है। मुनि और राज, राज मतलब राजा, ठीक है। मुनिराज, मुनियों का राजा, ये इसका उत्तर सही है। चौथा प्रश्न है, यदि आपको पुरस्कार के रूप में 1,00,000 रुपए मिले और उन्हें खर्च करने का अधिकार भी आपको ही हो तो आप क्या करोगे? पुरस्कार मतलब इनाम। जैसे बच्चों आपको स्कूल में कोई ना कोई काम करने के बदले में, या जो बच्चे अच्छे नंबरों से पास होते हैं उनको भी पुरस्कार दिए जाते हैं। अगर आपको 1,00,000 रुपये पुरस्कार में मिले तो आप क्या करोगे? अपनी शिक्षा के खर्चों के लिए किसी बैंक में जमा करोगे, मनपसंद कपड़े, खिलौने, मोबाइल आदि पर खर्च करोगे, धन को छिपा कर रखोगे और धीरे धीरे आनंद के लिए खर्चोगे, पढ़ाई छोड़कर कोई कारोबार शुरू करोगे। तो क्या लगता है आपको उत्तर इसका क्या होगा? तो इसका उत्तर होगा अपनी शिक्षा के खर्चों के लिए किसी बैंक में जमा करोगे, क्योंकि आप बच्चे हो तो आपके लिए पढ़ाई ज़रूरी है। खिलौने, मोबाइल से आपका कुछ नहीं होगा, तो आपको जो पैसा है बैंक में जमा कराना है ताकि आप आने वाले समय में शिक्षा पर वो पैसा खर्च कर सको। और अंतिम प्रश्न था, आप क्या करेंगे अगर कोई आपके मुख के पास मुख के बदले 10,00,000 दे? अगर कोई आपके मुख मतलब मुंह, जिससे आप खाना खाते हो, जिससे आप बोलते हो, कोई बोले भी आपको आप अपना मुंह मुझे दे दो और मैं तुम्हें 10,00,000 दूंगा, क्या आप उसको देने के लिए तैयार हो जाओगे? तो क्या आपके पास है? ऑप्शन पहला है, आप 10,00,000 से अधिक की मांग करोगे, आप किसी से सलाह मांगोगे, आप 10,00,000 के बदले अपना मुख दे देंगे, आप मना कर देंगे क्योंकि आप मानते हैं कि स्वस्थ शरीर ही सबसे बड़ा धन है। अगर आपका शरीर स्वस्थ है तो आप बहुत धन कमा सकते हो। अगर आपके शरीर ठीक नहीं है, तंदुरुस्त नहीं हो, तो आप कोई भी काम अच्छी तरह नहीं कर सकते हो और सफलता नहीं प्राप्त कर सकते हो। तो बच्चों ये था आपका जो पंजाब अचीवमेंट सर्वे का टेस्ट। ऐसा ही टेस्ट आगे भी आएगा, ये मॉक टेस्ट था, ऐसा ही टेस्ट फिर होगा, तो इसके लिए तैयार रहना पड़ेगा आपको ऐसे ऐसी पंक्तियाँ आएंगी, उनमें से प्रश्न आपने समझकर उनके उत्तर देने हैं। कोई मुश्किल काम नहीं है, बहुत आसान था एग्ज़ाम। तो आगे भी आप ध्यान से पेपर करोगे। धन्यवाद।